श्री हरि कृष्ण मनावो बहोरी। गुर तेग बहादुर परम कृपाला। वाहिगुरु परम कृपाला। गुरु गोबिंद सिंह विसाला। जियो तरों तरा पर पुन पुन सीसा। वाहिगुरु पुन पुन सीसा। बंदो बार बार जगदीसा। या मह अमृत ज्ञान है मानक भगत बैराग। श्री गुरु ग्रंथ साहिब युधद बंदो कर अनुराग। एक ओंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। खरे लोक चौदिस रखवारी। तिनको खानन गिरा उचारी। वाहिगुरु जी का खालसा वाहिगुरु जी की फतेह। पतित पावन करुणा निधान भगत वत्सल कृपालु दयालु सतगुरु साहिब श्री गुरु ग्रंथ साहिब महाराज जी की पावन पवित्र हजूरी अंदर जुड़ बैठे गुरु प्यारे गुरु सवारे गुरु खालसा साध संगत जीओ। रोजाना की तरह महापुरखों के तप स्थान सतगुरु सच्चे पातशाह महाराज धन गुरु हरगोबिंद पातशाह महाराज जी की चरण छो प्राप्त धरती उपर आप जी रोजाना संध्या वेले दे दीवान अंदर पहुँचते हो। महापुरखों की बरसी के संबंध विच जो इस पावन स्थान उपर महापुरखों की मिठी प्यारी याद मनाई जा रही है। पिछले कई दिनों तो आप जी उन्हां समागमां विच भी हाज़रियां भर रहे हो। सो आओ साध संगत जी रोजाना इस पावन स्थान उपर आप जी जो इतिहास श्रवण करते हो उस इतिहास नूं श्रवण करन वास्ते आप जी फिर गुरु जी की अपार बख्शिश रहमत नाल सदका पंडाल विच दीवान हाल विच आप जी हाज़रियां भर रहे हो। हर एक कर्म साध संगत जी गुरु जी की कृपा दे नाल हुंदा है। कुछ भी है एक कदम भी उहदी कृपा तो बिना मनुख पुट नहीं सकता। उहदी कृपा दे नाल ही सब कुछ हुंदा है। उहदी कृपा दे नाल ही साध संगत जी दुनिया दे कार विहार कामकार इंसान कर सकता है। फिर खास करके जिहड़े ये धार्मिक प्रोग्रामां दे विच हाज़रियां भरनियां नाम जपना सत संगत करनी इहदे विच तां साध संगत जी बिना कृपा तो गल ही कोई नहीं। वड्डा भाग भेटे गुरदेवा। वड्डे भाग होण तां साध संगत जी सत संगत दीयां घड़ियां प्राप्त होंदियां ने। कृपा तो बिना तां मनुख खा भी नहीं जे सकदा ते सत संगत करनी तो बहुत दूर की गल है। सो बड़ी कृपा सदका बड़ियां रहमतां वरसियां जो आप जी सत संगत विच हाज़रियां भर रहे हो। कल दे दीवान विच पंछी झात मार लईए कि कल दे दीवान विच आप जी ने की श्रवण कीता सी, क्योंकि साध संगत जी कुछ सरोते नवे हुंदे ने
ਅਗਲਾ ਇਤਿਹਾਸ ਉਹਨਾਂ ਨੂੰ ਸਮਝ ਆ ਜਾਵੇ। ਇਸ ਕਰਕੇ ਕੱਲ੍ਹ ਦੇ ਦੀਵਾਨ ਵਿੱਚ ਜੋ ਗੁਰਮੁਖ ਪਿਆਰਿਆਂ ਨੇ ਇਤਿਹਾਸ ਸੁਣਾਇਆ ਉਹ ਆਪ ਜੀ ਨੇ ਪੰਛੀ ਝਾਤ ਮਾਰ ਲਈ। ਕੱਲ੍ਹ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 5 ਭੌਤਿਕ ਸਰੀਰ ਜੋ ਚੋਲਾ ਸੀ ਉਹ ਸਤਿਗੁਰੂ ਨੇ ਤਿਆਗਿਆ। ਅਤੇ ਸਾਧ ਸੰਗਤ ਜੀ ਜਦੋਂ ਤਿਆਗ ਦਿੱਤਾ, ਸਤਿਗੁਰੂ ਜੀ ਦੇ ਪੁੱਤਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਆ ਕਰਕੇ ਬੇਨਤੀਆਂ ਕਰਦੇ ਨੇ, ਮਹਾਰਾਜ ਜਦੋਂ ਤੱਕ ਆਪ ਜੀ ਸਰੀਰ ਵਿੱਚ ਸੋ ਸਾਡੇ ਤੋਂ ਬੜੀਆਂ ਭੁੱਲਾਂ ਹੋਈਆਂ, ਬੜੀਆਂ ਵਗੀਆਂ ਹੋਈਆਂ, ਕਿਰਪਾ ਕਰਕੇ ਇੱਕ ਵਾਰੀ ਫੇਰ ਸਾਡੇ ਨਾਲ 2 ਬੋਲ ਬੋਲੋ ਤਾਂ ਜੋ ਸਾਡੇ ਸੀਨੇ ਠੰਡ ਪਵੇ, ਸਾਨੂੰ ਬਖਸ਼ ਲਵੋ। ਸੋ ਸਾਧ ਸੰਗਤ ਜੀ ਫਿਰ ਜਦੋਂ ਬੇਨਤੀਆਂ ਕਰਦੇ ਨੇ, ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਫਿਰ ਉਹਨਾਂ ਦੇ ਸਨਮੁਖ ਹਾਜ਼ਰ ਹੋ ਜਾਂਦੇ ਨੇ ਅਤੇ ਕਹਿ ਦਿੰਦੇ ਨੇ ਵੀ ਬਖਸ਼ਿਆ, ਬਖਸ਼ ਦਿੱਤਾ। ਸਤਿਗੁਰੂ ਤਾਂ ਸਦ ਬਖਸ਼ਿੰਦ ਹੈ, ਬਖਸ਼ ਦਿੰਦੇ ਨੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਲੋਪ ਹੁੰਦੇ ਨੇ, ਆਪਣਾ 5 ਭੌਤਿਕ ਸਰੀਰ ਤਿਆਗ ਦਿੰਦੇ ਨੇ। ਫਿਰ ਸਾਧ ਸੰਗਤ ਜੀ ਉੱਥੇ ਦੂਰ ਦਰੇਡਿਆਂ ਤੋਂ ਸਿੱਖ ਸੰਗਤਾਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ। ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਸਾਰੇ ਆਉਂਦੇ ਨੇ। ਸਤਿਗੁਰੂ ਦੇ ਸਿੱਖ ਮੁਸਲਮਾਨ ਵੀ ਹਨ, ਸਤਿਗੁਰੂ ਜੀ ਦੇ ਸਿੱਖ ਹਿੰਦੂ ਵੀ ਹਨ। ਵੱਡੇ ਵੱਡੇ ਪੀਰ ਫਕੀਰ ਝੁਕਦੇ ਰਹੇ ਗੁਰੂ ਬਾਬਾ ਜੀ ਦੇ ਅੱਗੇ। ਉਹ ਸਾਰਿਆਂ ਨੂੰ ਜਦੋਂ ਇਹ ਸੁਨੇਹਾ ਮਿਲਦਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 5 ਭੌਤਿਕ ਸਰੀਰ ਆਪਣਾ ਤਿਆਗਿਆ ਅਤੇ ਸਾਰੇ ਚੱਲ ਕੇ ਆਉਂਦੇ ਨੇ, 1-2 ਪਠਾਨ ਵੀ ਉੱਥੇ ਪਹੁੰਚਦੇ ਹਨ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸੁਣਿਆ। ਆਓ ਅੱਗੇ ਸਾਧ ਸੰਗਤ ਜੀ ਝੁਕਾਈਏ ਸਤਿਗੁਰਾਂ ਨੂੰ ਸੀਸ, ਅੱਗੇ ਇਤਿਹਾਸ ਦੀ ਆਰੰਭਤਾ ਕਰੀਏ। ਸਾਰੇ ਕਿਰਪਾ ਕਰੋ ਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਖਰੇ ਲੋਕ ਜੋ ਦਿਸ ਰਖਵਾਰੀ, 300 ਖਾਨਨ ਗਿਰਾ ਉਚਾਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਇਤਿਹਾਸ ਪਿਛਲੇ ਕਈ ਮਹੀਨਿਆਂ ਤੋਂ ਆਪ ਸਾਰੇ ਗੁਰਮੁਖ ਪਿਆਰੇ ਸ਼ਰਵਣ ਕਰ ਰਹੇ ਹੋ, ਜਿਹੜੇ ਰੋਜ਼ਾਨਾ ਸੰਧਿਆ ਵੇਲੇ ਦੇ ਦੀਵਾਨ ਵਿੱਚ ਆ ਕਰਕੇ ਹਾਜ਼ਰੀਆਂ ਭਰਦੇ ਨੇ। ਹਜ਼ਾਰਾਂ ਕੌਤਕ ਆਪ ਜੀ ਨੇ ਸ਼ਰਵਣ ਕੀਤੇ ਹਨ। ਜਿਸ ਇੱਕ ਕੌਤਕ ਦੇ ਵਿੱਚ ਗੁਰੂ ਬਾਬਾ ਜੀ ਨੇ ਬਹੁਤ ਵੱਡੀਆਂ ਸਿੱਖਿਆਵਾਂ ਆਪਣੇ ਗੁਰਸਿੱਖਾਂ ਨੂੰ ਦਿੱਤੀਆਂ ਹਨ। ਇੱਕ ਹੁਣ ਕੌਤਕ ਵਾਪਰਨ ਲੱਗਿਆ ਸਾਧ ਸੰਗਤ ਜੀ, ਜੋ ਆਪ ਜੀ ਸ਼ਰਵਣ ਕਰੋਗੇ ਉਹਦੇ ਵਿੱਚ ਵੀ ਸਾਨੂੰ ਸਿੱਖਿਆ ਮਿਲੇਗੀ ਬਹੁਤ ਵੱਡੀ। ਗੁਰੂ ਬਾਬਾ ਜੀ ਦੇ ਇੱਕ ਕਦਮ ਪੁੱਟਣ ਵਿੱਚ ਵੀ ਸਿੱਖਿਆ ਹੈ। ਜੇ ਕੋਈ ਸਿੱਖਣ ਵਾਲਾ ਹੋਵੇ, ਗੱਲ ਸਿੱਖਣ ਦੀ ਹੈ। ਗੁਰੂ ਜੀ ਦੇ ਇੱਕ ਕਦਮ ਵਿੱਚ ਸਿੱਖਿਆ ਹੈ। ਇੱਕ ਉਪਦੇਸ਼ ਵਿੱਚ ਸਾਧ ਸੰਗਤ ਜੀ ਬਹੁਤ ਸਿੱਖਿਆਵਾਂ ਲੁਕੀਆਂ ਨੇ। ਉਹ ਬੰਦੇ ਉੱਤੇ ਡਿਪੈਂਡ ਕਰਦਾ ਹੈ ਵੀ ਕਿੰਨੀਆਂ ਕੁ ਉਹ ਗ੍ਰਹਿਣ ਕਰ ਸਕਦਾ। ਇਸ ਤਰ੍ਹਾਂ ਜਦੋਂ ਆਲੇ ਦੁਆਲੇ ਤੰਬੂ ਲੱਗਿਆ, ਅੰਦਰ ਸਰੀਰ ਹੈ ਪਿਆ ਅਤੇ ਆਲੇ ਦੁਆਲੇ ਕਨਾਤ ਲੱਗੀ ਹੈ, ਬਾਹਰ ਸਾਧ ਸੰਗਤ ਜੀ ਉਹ 2 ਪਠਾਨ ਚੱਲ ਕਰਕੇ ਆਏ ਨੇ, ਜਿਹੜੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਸਨ। ਤੁਮ ਹੋ ਸਿੱਖ ਗੁਰ ਗੁਣ ਖਾਨੀ, ਹਮ ਮਰੀਦ ਹੈ ਸਭ ਜਗ ਜਾਨੀ। ਤੇ ਆ ਕਰਕੇ ਹੱਥ ਜੋੜੇ ਸਾਧ ਸੰਗਤ ਜੀ, ਮਨ ਬਿਰਤੀਆਂ ਇਕਾਗਰ ਕਰਕੇ ਪਿਆਰ ਦੇ ਨਾਲ ਇਤਿਹਾਸ ਸ਼ਰਵਣ ਕਰਿਓ। ਹਾਜ਼ਰ ਰਹਿ ਕਰਕੇ ਆ ਕਰਕੇ ਉਹਨਾਂ ਪਠਾਣਾਂ ਨੇ ਹੱਥ ਜੋੜੇ ਅਤੇ ਜਿਹੜੇ ਉੱਥੇ ਸਿੱਖ ਖਲੋਤੇ ਸਨ, ਗੁਰੂ ਜੀ ਦੇ ਸਰੀਰ ਦੇ ਆਲੇ ਦੁਆਲੇ ਕਨਾਤ ਲੱਗੀ ਹੋਈ ਸੀ, ਉਹ ਸਿੱਖ ਬਾਹਰ ਖਲੋਤੇ ਸਨ। 2 ਪਠਾਨ ਚੱਲ ਕੇ ਆਏ, ਕਹਿੰਦੇ ਨੇ ਕਿ ਤੁਸੀਂ ਸਿੱਖ ਹੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਅਤੇ ਅਸੀਂ ਵੀ ਉਹਨਾਂ ਦੇ ਸਿੱਖ ਹਾਂ। ਬੇਸ਼ੱਕ ਅਸੀਂ ਮੁਸਲਮਾਨ ਹਾਂ, ਪਰ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰੇਮ ਕਰਦੇ ਹਾਂ, ਇਸ ਕਰਕੇ ਦੂਰੋਂ ਚੱਲ ਕਰਕੇ ਆਏ ਹਾਂ। ਆਖਰ ਕੋ ਦਰਸ਼ਨ ਇਹ ਕਾਲਾ, ਹਮਕੋ ਕਰਨੇ ਦਿਓ ਕਿਰਪਾਲਾ। ਉਹ ਹੱਥ ਜੋੜ ਕੇ ਬੇਨਤੀ ਕੀਤੀ। ਇਹ ਸਾਧ ਸੰਗਤ ਜੀ ਨਾਲ ਸੁਰਤ ਰਾਹੀਂ ਦਰਸ਼ਨ ਕਰਦੇ ਚੱਲੀਏ। ਕਹਿੰਦੇ ਨੇ ਕਿ ਤੁਸੀਂ ਵੀ ਸਿੱਖ ਹੋ, ਅਸੀਂ ਵੀ ਸਿੱਖ ਹਾਂ। ਬਾਹਰੋਂ ਸਾਡੇ ਪਹਿਰਾਵੇ ਦਾ ਥੋੜ੍ਹਾ ਫਰਕ ਹੈ,
ਤੁਸੀਂ ਵੀ ਸਿੱਖ ਹੋ ਗੁਰੂ ਬਾਬਾ ਜੀ ਦੇ, ਅਸੀਂ ਵੀ ਸਿੱਖ ਹਾਂ। ਇਸ ਕਰਕੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਕਰਕੇ ਸਾਨੂੰ ਅੰਤ ਵੇਲੇ ਦੇ ਉਸ ਪਾਵਨ ਪਵਿੱਤਰ ਸਰੀਰ ਦੇ ਦਰਸ਼ਨ ਕਰਾ ਦੇਵੋ। ਹੋਤੇ ਦੂਰ ਸੁਧ ਸੁਨ ਕਰ ਆਏ, ਆਪ ਨਿਰਾਸ ਹਮ ਕੋ ਕਰ ਜਾਏ। ਉਹ ਕਹਿੰਦੇ ਨੇ ਬੜੀ ਦੂਰੋਂ ਚੱਲ ਕੇ ਆਏ ਆ, ਬੜੀ ਵੱਡੀ ਆਸ ਰੱਖ ਕਰਕੇ ਆਏ ਆ। ਸਾਧ ਸੰਗਤ ਜੀ, ਸਾਡਾ ਵੀ ਕੋਈ ਦੂਰ ਦਾ ਪ੍ਰੇਮੀ ਚੜ੍ਹਾਈ ਕਰ ਗਿਆ ਹੋਵੇ ਨਾ, ਆਮ ਜਿਹਾ ਹੀ ਹੋਵੇ, ਕੋਈ ਬਹੁਤਾ ਉਹਦੇ ਨਾਲ ਲਗਾਵ ਹੀ ਨਾ ਹੋਵੇ, ਅਸੀਂ ਵੀ ਸੋਚਦੇ ਹਾਂ ਵੀ ਜਿੰਨੇ ਚਿਰ ਤੱਕ ਸਰੀਰ ਨਹੀਂ ਓਲੇ ਹੁੰਦਾ ਉਦੋਂ ਤੱਕ ਪਹੁੰਚ ਜਾਈਏ, ਜਦੋਂ ਤੱਕ ਸੰਸਕਾਰ ਨਾ ਹੋਵੇ ਉਹ ਤੋਂ ਪਹਿਲਾਂ ਪਹੁੰਚ ਜਾਈਏ, ਵੇਖ ਲਈਏ ਇੱਕ ਵਾਰੀ ਮੂੰਹ ਜਾ ਕਰਕੇ। ਫਿਰ ਉਹ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਨ। ਉਹ ਤਾਂ ਸਾਧ ਸੰਗਤ ਜੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਨ, ਜਿਨ੍ਹਾਂ ਨੇ ਉਹਨਾਂ ਦੇ ਪ੍ਰੇਮ ਨੂੰ ਮਾਣਿਆ। ਉਹਨਾਂ ਦੇ ਅੰਦਰ ਵੀ ਇਹ ਤਾਂਘ ਸੀ, ਤਾਂ ਏਡੀ ਦੂਰੋਂ ਚੱਲ ਕੇ ਆਏ ਸਨ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕੀਤੀ, ਇੱਕ ਵਾਰ ਕਿਰਪਾ ਕਰੋ ਸਾਨੂੰ ਉਹਨਾਂ ਦੇ ਸਰੀਰ ਦੇ ਦਰਸ਼ਨ ਕਰਾ ਦੇਵੋ। ਪਨਿਓ ਸਿੱਖ ਅਸ ਹਠ ਨਹਿ ਕਰੀਏ, ਦਰਸ਼ਨ ਕਰਨ ਸਮਾਨ ਵਿਚਰੀਏ। ਤੇ ਉਹਨਾਂ ਨੇ ਕਿਹਾ ਵੀ ਹੁਣ ਸਮਾਂ ਲੰਘ ਚੁੱਕਿਆ, ਹੁਣ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਤੁਮ ਜੇ ਅਗੇਰੇ ਆਵਤ ਤੂਰਨ, ਕਰ ਲੇ ਤੇ ਦਰਸ਼ਨ ਗੁਰ ਪੂਰਨ। ਫਿਰ ਉਹ ਹੱਥ ਜੋੜ ਕੇ ਕਹਿੰਦੇ ਨੇ, ਜਿਹੜੇ ਸਿੱਖ ਨੇ ਪ੍ਰੇਮੀ ਨੇ ਕੋਲ ਨੇ, ਉਹ ਕਹਿੰਦੇ ਨੇ ਜੇ ਤੁਸੀਂ ਪਹਿਲਾਂ ਆ ਜਾਂਦੇ ਨਾ ਫਿਰ ਤੁਹਾਨੂੰ ਦਰਸ਼ਨ ਕਰਾ ਦਿੰਦੇ, ਪਰ ਹੁਣ ਸਮਾਂ ਬੜਾ ਹੋ ਚੁੱਕਿਆ, ਹੁਣ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਦਰਸ਼ਨ ਨਹੀਂ ਜੇ ਕਰਵਾ ਸਕਦੇ। ਅਬ ਬੰਧਨ ਕਰ ਲਿਓ ਇਸ ਥਾਈ, ਦੁਖ ਨਿਕੰਦਨ ਹੈ ਸਭ ਜਾਈ। ਕਹਿਣ ਲੱਗੇ ਦੁਖ ਨਿਕੰਦਨ ਸਤਿਗੁਰੂ ਜੀ, ਦੁੱਖਾਂ ਦਾ ਨਾਸ਼ ਕਰਨ ਵਾਲਿਆਂ ਦੇ ਇੱਥੋਂ ਹੀ ਨਮਸਕਾਰ ਕਰ ਲਵੋ, ਬਾਹਰ ਹੀ, ਹੁਣ ਤੁਸੀਂ ਅੰਦਰ ਨਹੀਂ ਜਾ ਸਕਦੇ। ਹਮਰੋ ਬਚਨ ਮਾਨ ਤੁਮ ਲੀਜੈ, ਨੀਕੇ ਹਿਰਦੇ ਵਿਚਾਰ ਕਰੀਜੈ। ਉਹ ਜਿਹੜੇ ਸਿੱਖ ਕੋਲ ਖਲੋਤੇ ਸਨ ਗੁਰੂ ਬਾਬਾ ਜੀ ਦੇ, ਕਨਾਤ ਲੱਗੀ ਆਲੇ ਦੁਆਲੇ, ਸਾਧ ਸੰਗਤ ਜੀ ਵਿੱਚ ਸਰੀਰ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ, ਆਲੇ ਦੁਆਲੇ ਕਨਾਤ ਲਾਈ ਹੈ, ਪੰਡਾਲ ਲਾਇਆ, ਬਾਹਰ ਸਿੱਖ ਖਲੋਤੇ ਗੱਲਬਾਤ ਕਰ ਰਹੇ ਨੇ ਪਠਾਣਾਂ ਦੇ ਨਾਲ। ਕਹਿੰਦੇ ਨੇ ਇੱਥੋਂ ਹੀ ਨਮਸਕਾਰ ਕਰ ਲਵੋ, ਅੰਦਰ ਜਾਣ ਦਾ ਹੁਣ ਸਮਾਂ ਨਹੀਂ ਰਹਿ ਗਿਆ, ਤੁਸੀਂ ਲੇਟ ਬੜਾ ਹੋ ਚੁੱਕੇ ਹੋ। ਖਾਨ ਕਹੇ ਹਮ ਮਾਨਹਿ ਨਾਹੀ, ਇਹਤੀ ਬਾਤ ਬਣਾਵੋ ਕਾਹੀ। ਤੇ ਖਾਨ ਕਹਿੰਦੇ ਨੇ ਅਸੀਂ ਬੜੀ ਦੂਰੋਂ ਚੱਲ ਕੇ ਆਏ ਆ ਬਈ, ਅਸੀਂ ਕਿਉਂ ਮੰਨੀਏ, ਅਸੀਂ ਕਿਉਂ ਤੁਹਾਡੀ ਗੱਲ ਮੰਨੀ, ਅਸੀਂ ਤਾਂ ਬੜੀ ਦੂਰੋਂ ਪੈਦਲ ਪੈਂਡਾ ਹੰਢਾ ਕਰਕੇ ਫੇਰ ਆਏ ਆ, ਅਸੀਂ ਕਿਉਂ ਮੰਨੀਏ ਤੁਹਾਡੀ ਗੱਲ, ਅਸੀਂ ਤਾਂ ਦਰਸ਼ਨ ਕਰਕੇ ਜਾਵਾਂਗੇ। ਹੋ ਟਿਕ ਦਰਸੋ ਜੋ ਤੁਮ ਨੀਕੇ, ਤੋ ਹਮ ਜਾਵਹਿ ਪੀਰ ਨਜੀਕੇ। ਕਹਿਣ ਲੱਗੇ ਤੁਸੀਂ ਸਾਨੂੰ ਹੁਕਮ ਦੇ ਦਿਓ ਵੀ ਅਸੀਂ ਅੰਦਰ ਆਰਾਮ ਦੇ ਨਾਲ ਚਲੇ ਜਾਈਏ, ਸਾਡੀ ਗੱਲ ਮੰਨ ਲਵੋ। ਸਾਜੇ ਹਿੰਦੂ ਤੁਰਕਨ ਕੇਰੇ, ਸਿੱਖ ਸਮਾਨ ਮਰੀਦ ਕਨੇਰੇ। ਉਹ ਜਿਹੜੇ ਪਠਾਨ ਆਏ ਨੇ ਉਹ ਕਹਿੰਦੇ ਨੇ ਗੁਰੂ ਬਾਬਾ ਜੀ ਤੁਹਾਡੇ ਕੱਲਿਆਂ ਦੇ ਨਹੀਂ ਸਨ, ਸਾਡੇ ਵੀ ਸਨ, ਸਾਡੇ ਸਾਂਝੇ ਸਨ। ਜੇ ਤੁਹਾਡੇ ਹਨ ਹਿੰਦੂਆਂ ਦੇ ਨਾ ਹੁੰਦੇ, ਹਿੰਦੂਆਂ ਦੇ ਨੇ ਤਾਂ ਤੁਰਕਾਂ ਦੇ ਵੀ ਨੇ, ਤੁਹਾਡੇ ਕੱਲਿਆਂ ਦੇ ਨਹੀਂ ਹਨ, ਉਹ ਸਾਡੇ ਵੀ ਹਨ, ਸਾਡਾ ਵੀ ਪੂਰਾ ਪੂਰਾ ਹੱਕ ਬਣਦਾ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ, ਅਸੀਂ ਜਾ ਸਕਦੇ ਹਾਂ। ਇਹ ਭਿਖਿਆ ਜੇ ਹਿੰਦਨ ਤੁਰਕਾਂ, ਦੋਨੋਂ ਕੋ ਖੋਵਨ ਮਤ ਗੁਰ ਕਾ। ਤੇ ਸਾਧ ਸੰਗਤ ਜੀ ਦੋਨਾਂ ਮਤਾਂ ਨੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੂਆਂ ਨੂੰ ਵੀ ਉਪਦੇਸ਼ ਦਿੱਤਾ ਹੈ। ਤੇ ਸਾਧ ਸੰਗਤ ਜੀ ਵੱਡੇ ਵੱਡੇ ਫਕੀਰ ਵੀ ਉਹਨਾਂ ਦੇ ਕੋਲ ਆ ਕਰਕੇ ਸਿੱਖਿਆਵਾਂ ਲੈਂਦੇ ਰਹੇ, ਵੱਡੇ ਵੱਡੇ ਫਕੀਰ ਵੀ ਉਹਨਾਂ ਦੀ ਸ਼ਰਨ ਵਿੱਚ ਆ ਕਰਕੇ ਬਹਿੰਦੇ ਰਹੇ ਸਨ। ਇਸ ਕਰਕੇ ਉਹ ਕਹਿੰਦੇ ਨੇ ਜੇ ਤੁਸੀਂ ਸਿੱਖ ਹੋ ਤਾਂ ਅਸੀਂ ਵੀ ਸਿੱਖ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ। ਇੱਕ ਤੋ ਖਾਨਨ ਕੋ ਬਲ ਪਾਰੀ, ਦੂਜੇ ਸਾਚੀ ਗਿਰਾ ਉਚਾਰੀ। ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਗੱਲ ਤੇ ਇਹ ਵੀ ਉਸ ਸਮੇਂ ਇਹਨਾਂ ਖਾਨਾਂ ਦਾ, ਇਹਨਾਂ ਮੁਗਲਾਂ ਦਾ ਰਾਜ ਸੀ। ਪਹਿਲੀ ਗੱਲ ਤੇ ਇਹ ਕਿ ਜੇ ਗੱਲ ਨਹੀਂ ਮੰਨਦੇ ਉਹ ਜ਼ਬਰਦਸਤੀ ਵੀ ਕਰ ਸਕਦੇ ਸਨ, ਕਿਉਂਕਿ ਉਹਨਾਂ ਦਾ ਰਾਜ ਸੀ ਉਸ ਸਮੇਂ, ਤੇ ਧੱਕਾ ਤਾਂ ਉਹ ਕਰਦੇ ਹੀ ਸਨ।
ਤੇ ਦੂਜੀ ਗੱਲ ਕਵੀ ਜੀ ਕਹਿੰਦੇ ਨੇ, ਦੂਜੀ ਗੱਲ ਇਹ ਵੀ ਉਹਨਾਂ ਨੇ ਗੱਲ ਸੱਚੀ ਕਹੀ ਹੈ ਵੀ ਸਾਨੂੰ ਦਰਸ਼ਨ ਕਰ ਲੈਣ ਦਿਓ, ਕਿਉਂਕਿ ਗੁਰੂ ਬਾਬਾ ਜੀ ਸਾਡੇ ਵੀ ਹਨ। ਹਟਤ ਨਹੀਂ ਬਹੁ ਰਹੇ ਹਟਾਈ, ਸ਼ਾਸਤਰ ਗਹੇ ਤਬ ਹਿੰਦ ਨ ਜਾਈ। ਫਿਰ ਸਾਧ ਸੰਗਤ ਜੀ ਜਦੋਂ ਗੱਲਬਾਤ ਵਾਹਵਾ ਹੋ ਗਈ, ਉਹ ਕਹਿੰਦੇ ਅਸੀਂ ਜਾਣਾ ਤੇ ਦੂਜੇ ਕਹਿਣ ਅਸੀਂ ਨਹੀਂ ਜਾਣ ਦੇਣਾ। ਫਿਰ ਗੱਲਾਂ ਬਾਤਾਂ ਤੋਂ ਬਾਅਦ ਸਾਧ ਸੰਗਤ ਜੀ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਧ ਸੰਗਤ ਜੀ ਪ੍ਰੇਮ ਨਾਲ ਕੋਈ ਗੱਲ ਨਾ ਬਣੇ, ਫਿਰ ਬੰਦਾ ਹੱਥ ਵਿੱਚ ਸ਼ਸਤਰ ਫਾੜ ਹੀ ਲੈਂਦਾ ਹੈ। ਇਸ ਤਰ੍ਹਾਂ ਜਦੋਂ ਉਹਨਾਂ ਖਾਨਾਂ ਨੇ ਕਿਹਾ ਵੀ ਸਾਨੂੰ ਜਾ ਲੈਣ ਦਿਓ ਬਈ, ਅੰਦਰ ਦਰਸ਼ਨ ਕਰ ਲੈਣ ਦਿਓ, ਉਹਨਾਂ ਨੇ ਗੱਲ ਨਾ ਮੰਨੀ। ਫਿਰ ਉਹਨਾਂ ਪਠਾਣਾਂ ਨੇ ਸਾਧ ਸੰਗਤ ਜੀ ਸ਼ਸਤਰ ਕੱਢ ਲਏ। ਪਰਿਓ ਸਬਨ ਮਹਿਰੌਰਾ ਪਾਰੀ, ਕੋਏ ਨ ਕਿਸ ਕੀ ਸੁਨੈ ਪੁਕਾਰੀ। ਫਿਰ ਬੜਾ ਰੌਲਾ ਪੈ ਗਿਆ ਸਾਧ ਸੰਗਤ ਜੀ। ਰੌਲਾ ਜਦੋਂ ਪੈ ਗਿਆ ਤੇ ਫਿਰ ਕੋਈ ਵੀ ਕਿਸੇ ਦੀ ਗੱਲ ਨਹੀਂ ਸੀ ਸੁਣਦਾ। ਸ੍ਰੀ ਗੁਰ ਤਨ ਕੇ ਪਾਸ ਜਦਾਸਾ, ਸਰੋਨ ਕੁਲਾਹਲ ਸੁਨ ਚਹੁ ਆਸਾ। ਜਿਹੜੀ ਸਾਧ ਸੰਗਤ ਜੀ ਕਨਾਤ ਲੱਗੀ ਹੋਈ ਸੀ, ਜਿੱਥੇ ਸਤਿਗੁਰੂ ਦਾ ਪਵਿੱਤਰ ਸਰੀਰ ਪਿਆ ਸੀ, ਉੱਥੇ ਕੁਝ ਸਿੱਖ ਬੈਠੇ ਸਨ ਕੋਲ, ਪ੍ਰੇਮ ਵਾਲੇ। ਜਿਹੜੇ ਉੱਥੇ ਸਿੱਖ ਬੈਠੇ ਸਨ, ਉਹਨਾਂ ਨੇ ਜਦੋਂ ਬਾਹਰ ਰੌਲਾ ਸੁਣਿਆ ਤੇ ਉਹਨਾਂ ਨੇ ਕਿਹਾ ਬਾਹਰ ਕੋਲਾਹਲ ਰੌਲਾ ਕਾਹਦਾ ਪੈ ਰਿਹਾ ਹੈ? ਆਲੇ ਦੁਆਲੇ ਆਵਾਜ਼ ਬੜੀ ਆਈ ਤੇ ਉੱਠ ਕਰਕੇ ਉਹ ਸਾਧ ਸੰਗਤ ਜੀ ਉਹਨਾਂ ਨੇ ਸੋਚਿਆ ਬਾਹਰ ਵੇਖੀਏ ਤਾਂ ਸਹੀ ਕੀ ਗੱਲ ਬਣ ਗਈ। ਉੱਠ ਕਰਕੇ ਬਾਹਰ ਆ ਕੇ ਵੇਖਦੇ ਹਨ। ਨਿਕਸੇ ਤੁਰਤ ਬਿਲੋਕਨ ਤਾਈ, ਰਹੀ ਇਕਾਂਕੀ ਦੇਹ ਗੁਸਾਈ। ਤੇ ਸਾਧ ਸੰਗਤ ਜੀ ਉਹ ਸਾਰੇ ਹੀ ਉੱਠ ਕਰਕੇ ਬਾਹਰ ਆ ਗਏ ਤੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਇਕੱਲਾ ਹੀ ਪਿਆ ਰਿਹਾ। ਬੇਨਤੀ ਕੀਤੀ ਹੈ ਕਿ ਸਾਧ ਸੰਗਤ ਜੀ ਤਵੱਜੋ ਦੇ ਕੇ ਮਨ ਇਕਾਗਰ ਕਰਕੇ ਸੁਣਿਓ ਇਹ ਵਾਰਤਾ, ਬੜੀ ਵੱਡੀ ਸਿੱਖਿਆ ਸਾਨੂੰ ਮਿਲੇਗੀ ਇਹਦੇ ਵਿੱਚੋਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸਰੀਰ ਪਿਆ ਰਿਹਾ ਤੇ ਉਹ ਜਿਹੜੇ ਸਨ ਸਾਧ ਸੰਗਤ ਜੀ ਕੋਲ ਬੈਠੇ ਸਿੱਖ, ਉਹ ਰੌਲਾ ਸੁਣ ਕਰਕੇ ਬਾਹਰ ਆ ਗਏ। ਅੰਤਰ ਧਿਆਨ ਪਈ ਤੇ ਕਾਲਾ, ਸਰਬ ਝੁਕਾਵਨ ਝਗਰ ਵਿਸਾਲਾ। ਉੱਥੇ ਫਿਰ ਇੱਕ ਖੇਡ ਵਾਪਰੀ। ਜਦੋਂ ਸਾਧ ਸੰਗਤ ਜੀ ਉੱਥੋਂ ਸਾਰੇ ਉੱਠ ਕਰਕੇ ਬਾਹਰ ਹੋ ਗਏ ਤੇ ਉਹ ਜਿਹੜਾ ਸਰੀਰ ਸੀ ਗੁਰੂ ਬਾਬਾ ਜੀ ਦਾ, ਉਹ ਸਾਧ ਸੰਗਤ ਜੀ ਸਰੀਰ ਉੱਥੋਂ ਅਲੋਪ ਹੋ ਗਿਆ। ਵਹਿਰ ਦੁਹੰਗ ਮਹਿ ਬਾਦ ਮਹਾਨਾ, ਚਾਡ ਬਿਵਾਨ ਪਰ ਕਿਰਪਾ ਨਿਧਾਨਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਸਰੀਰ ਦੇ ਸਮੇਤ ਹੀ ਸੱਚਖੰਡ ਪਿਆਨਾ ਕਰ ਗਏ। ਅਕਾਲ ਪੁਰਖ ਦੀ ਸ਼ਰਨ ਵਿੱਚ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਗਏ। ਗਮਨ ਕੀਨ ਊਰਦ ਕੀ ਔਰਾ, ਜੈ ਜੈ ਸ਼ਬਦ ਸੁਰਨ ਮਹਿ ਸੋਰਾ। ਚੰਗੀਆਂ ਰੂਹਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੱਚਖੰਡ ਵੱਲ ਆਉਂਦਿਆਂ ਵੇਖ ਕਰਕੇ ਸਾਧ ਸੰਗਤ ਜੀ, ਦੇਵੀ ਦੇਵਤਿਆਂ ਨੇ, ਸਾਧ ਸੰਗਤ ਜੀ ਚੰਗੀਆਂ ਰੂਹਾਂ ਨੇ, ਸਾਧੂ ਜਨਾਂ ਨੇ ਜਿਹੜੇ ਸੱਚਖੰਡ ਵਿਖੇ ਵਾਸਾ ਕਰਦੇ ਹਨ, ਉਹਨਾਂ ਨੇ ਸਵਾਗਤ ਕੀਤਾ ਹੈ ਗੁਰੂ ਬਾਬਾ ਜੀ ਦਾ। ਗੀਤ ਗਾਏ ਹਨ, ਮੰਗਲ ਗਾਏ, ਜੈ ਜੈਕਾਰ ਕੀਤੀ ਹੈ। ਸੁਰ ਤਰ ਪੁਛਪਾ ਜਲ ਬਰਖਾਵਹਿ, ਚਾਰ ਚਮਰ ਚੌ ਦਿਸਨ ਟੁਰਾਵਹਿ। ਫੁੱਲ ਵਰਖਾਏ ਜਾਂਦੇ ਹਨ। ਸਾਧ ਸੰਗਤ ਜੀ ਮਾਨੋ ਫੁੱਲਾਂ ਦੀ ਵਰਖਾ ਹੁੰਦੀ ਹੈ, ਚੌਰ ਸਾਹਿਬ ਹੁੰਦਾ ਹੈ ਗੁਰੂ ਬਾਬਾ ਜੀ ਦੇ ਉੱਪਰ। ਇਸ ਤਰ੍ਹਾਂ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਸਾਰੇ ਗੁਰੂ ਜੀ ਦਾ ਸਵਾਗਤ ਕਰਦੇ ਹਨ। ਬ੍ਰਹਮਾ ਦਿਕ ਚੰਦਨ ਚਰਚਾਹੀ, ਕਰਹਿ ਆਰਤੀ ਸੰਖ ਬਜਾਹੀ। ਸ਼ੰਖ ਵੱਜਦੇ ਹਨ, ਨਗਾਰੇ ਵੱਜਦੇ ਹਨ। ਬ੍ਰਹਮਾ ਆਦਿਕ ਵੱਡੇ ਵੱਡੇ ਦੇਵਤੇ ਸਤਿਗੁਰੂ ਦੇ ਸਵਾਗਤ ਲਈ ਖਲੋਤੇ ਹਨ। ਅਪਸਰ ਕਰਹੀ ਨਿਰਤ ਅਗਾਰੀ, ਗੰਧਰਵ ਗਾਵਹਿ ਧੁਨ ਸੁਖਕਾਰੀ। ਸਾਧ ਸੰਗਤ ਜੀ ਬਾਪ ਕਹਿਣ ਦਾ ਇਹ ਹੈ, ਬੜੀ ਖੁਸ਼ੀ ਮਨਾਈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਉਂਦੇ ਹਨ। ਚਲੇ ਆਕਾਸ ਪੰਥ ਅਸ ਜਾਵਹਿ, ਅਤ ਉਸ ਤਵ ਕਰ ਆਨੰਦ ਬੜਾਵਹਿ। ਇੱਧਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਇਸ ਮਾਤ ਲੋਕ ਤੋਂ ਅਲੋਪ ਹੋਇਆ ਤੇ ਸਾਧ ਸੰਗਤ ਜੀ ਸੱਚਖੰਡ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਬੜਾ ਆਨੰਦ ਮਨਾਇਆ, ਬੜੇ ਦੇਵੀ ਦੇਵਤਿਆਂ ਨੇ ਸਵਾਗਤ ਕੀਤਾ। ਤੇ ਸਾਧ ਸੰਗਤ ਜੀ ਇੱਧਰੋਂ ਦੇ ਅਲੋਪ ਹੋ ਚੁੱਕੀ ਸੀ। ਜੋ ਇੱਧਰ ਅੰਦਰ ਬੈਠੇ ਸਨ ਸਿੱਖ, ਉਹ ਬਾਹਰ ਜਾ ਕੇ ਜਿਹੜੇ ਪਠਾਨ ਸਨ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਏ। ਦੋਹਰਾ
ਹੁਤੀ ਸਕਤ ਜੇ ਲਗ ਜਿਸ ਹੈ ਸ੍ਰੀ ਨਾਨਕ ਪਹੁੰਚਾਏ। ਸਾਧ ਸੰਗਤ ਜੀ ਕਵੀ ਜੀ ਕਹਿੰਦੇ ਨੇ ਜਿਹਦੇ ਵਿੱਚ ਜਿੰਨੀ ਸ਼ਕਤੀ ਸੀ, ਜਿੰਨੀ ਜਿਹਦੀ ਵਾਹ ਸੀ, ਉਨੀ ਲਾਈ ਗੁਰੂ ਜੀ ਦਾ ਸਵਾਗਤ ਕਰਨ ਦੇ ਲਈ, ਗੁਰੂ ਜੀ ਦਾ ਜਸ ਗਾਉਣ ਦੇ ਲਈ, ਗੁਰੂ ਜੀ ਦੀ ਵਡਿਆਈ ਕਰਨ ਦੇ ਲਈ। ਜਿਹਦੇ ਵਿੱਚ ਜਿੰਨੀ ਵਾਹ ਸੀ ਉਹਨੇ ਉਨਾ ਜ਼ੋਰ ਲਾਇਆ। ਹਟੇ ਸੰਗ ਤੇ ਦੇਵ ਸਭ ਚਰਨਨ ਸੀਸ ਨਵਾਏ। ਫਿਰ ਸਾਰਿਆਂ ਨੇ ਚਰਨਾਂ ਦੇ ਵਿੱਚ ਸੀਸ ਨਵਾਇਆ ਹੈ। ਸੱਚਖੰਡ ਸ੍ਰੀ ਗਰੀ ਗਏ ਕੀਨ ਤਹਾਂ ਬਿਸਰਾਮ। ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਸੱਚਖੰਡ ਵਿਖੇ, ਗੁਰੂ ਜੀ ਦੀ ਮੌਜ ਹੈ ਸਾਧ ਸੰਗਤ ਜੀ, ਉਹਨਾਂ ਨੂੰ ਕਿਹੜਾ ਕੋਈ ਸਮਾਂ ਲੱਗਦਾ। ਉਹ ਤਾਂ ਛਿਨ ਵਿੱਚ ਇੱਥੇ, ਛਿਨ ਵਿੱਚ ਉੱਥੇ, ਛਿਨ ਵਿੱਚ ਸੱਚਖੰਡ, ਛਿਨ ਵਿੱਚ ਮਾਤ ਲੋਕ ਵਿੱਚ, ਜਿੱਥੇ ਚਾਹੁਣ ਸਤਿਗੁਰੂ ਜੀ ਵਿਚਰਦੇ ਹਨ। ਸਾਧ ਸੰਗਤ ਜੀ ਹਰ ਥਾਂ ਹਾਜ਼ਰ ਨਾਜ਼ਰ ਹਨ ਗੁਰਦੇਵ ਜੀ। ਜਿੱਥੇ ਜਿਹਦੀ ਭਾਵਨਾ ਹੈ, ਜਦੋਂ ਕੋਈ ਗੁਰਸਿੱਖ ਪਿਆਰ ਦੇ ਨਾਲ ਬੁਲਾ ਲੈਂਦਾ ਸਤਿਗੁਰੂ, ਉੱਥੇ ਹੀ ਹਾਜ਼ਰ ਹੋ ਜਾਂਦੇ ਹਨ। ਭੂਤਲ ਮੈਂ ਜੈਸੇ ਪਈ ਸੁਨੋ ਕਥਾ ਸੁਖ ਧਾਮ। ਕਵੀ ਜੀ ਕਹਿੰਦੇ ਨੇ ਹੁਣ ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਦਾ ਸਰੀਰ ਅਲੋਪ ਹੋ ਗਿਆ, ਫਿਰ ਜੋ ਇਧਰ ਵਾਰਤਾ ਹੋਈ ਉਹ ਪਿਆਰੇ ਗੁਰਸਿੱਖੋ ਸਤਸੰਗੀ ਜਣੋ ਸੁਣਨਾ ਕਰੋ ਵੀ ਜਦੋਂ ਇਧਰੋਂ ਸਰੀਰ ਅਲੋਪ ਹੋਇਆ ਧਰਤੀ ਤੋਂ, ਫਿਰ ਇੱਥੇ ਕੀ ਵਾਪਰਿਆ ਉਹ ਆਪ ਸਾਰੇ ਸ਼ਰਵਣ ਕਰਨਾ ਕਰੋ। ਚੌਪਈ ਕਰੇ ਜੋਰ ਅਸ ਖਾਨ ਅਲਾਵੈ ਹੈ ਹਮ ਪੀਰ ਸਮਝਲ ਪਹੁੰਚਾਵੇ। ਉਹ ਸਾਰੇ ਜਿਹੜੇ ਪਠਾਨ ਸਨ ਉਹ ਕਹਿੰਦੇ ਨੇ ਸਾਡੇ ਪੀਰ ਸਨ, ਅਸੀਂ ਉਹਨਾਂ ਦੇ ਮੁਰੀਦ ਹਾਂ, ਇਸ ਕਰਕੇ ਸਾਡਾ ਪੂਰਾ ਹੱਕ ਹੈ, ਅਸੀਂ ਅੰਦਰ ਧੱਕੇ ਨਾਲ ਜਾਵਾਂਗੇ। ਦੇਤ ਮੁਰਾਦ ਮਰੀਦਨ ਕੇਰੀ ਬਰਜੇ ਰਹਿ ਨ ਜਾਵਹਿ ਨੇਰੀ। ਕਹਿਣ ਲੱਗੇ ਅਸੀਂ ਉਹਨਾਂ ਦੇ ਨਾਲ ਵਿਚਰਦੇ ਰਹੇ, ਉਹਨਾਂ ਦੀ ਸੰਗਤ ਕੀਤੀ, ਇਸ ਕਰਕੇ ਸਾਡਾ ਵੀ ਪੂਰਾ ਫਰਜ਼ ਬਣਦਾ ਹੈ। ਇਮ ਹੱਠ ਕਰਕੇ ਭੇਦ ਹੈ ਠਾਡੇ ਡਰੇ ਨਰਾਰ ਕਰਨ ਤੇ ਗਾਢੇ। ਸਾਧ ਸੰਗਤ ਜੀ ਰਾਰ ਕਰਦੇ ਨੇ, ਭਾਵ ਝਗੜਾ ਖੜਾ ਕਰ ਲਿੱਤਾ ਕਿ ਅਸੀਂ ਤਾਂ ਜਾਵਾਂਗੇ। ਜਿੱਦ ਅੜ ਗਈ ਸਾਧ ਸੰਗਤ ਜੀ, ਉਧਰ ਦੂਜੇ ਵੀ ਅੜ ਗਏ, ਇੱਧਰ ਇਹ ਪਠਾਨ ਵੀ ਅੜ ਗਏ। ਉਹ ਕਹਿਣ ਅਸੀਂ ਤੁਹਾਨੂੰ ਜਾਣ ਨਹੀਂ ਜੇ ਦੇਣਾ, ਤੇ ਇਹ ਕਹਿਣ ਲੱਗੇ ਅਸੀਂ ਜਾਵਾਂਗੇ ਜ਼ਰੂਰ। ਲੜਾਈ ਖੜੀ ਹੋ ਗਈ, ਬੜਾ ਰੌਲਾ ਪਾ ਲਿਆ। ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਕਈ ਥਾਵਾਂ ਉੱਤੇ ਅੱਜ ਵੀ। ਕਈ ਵਾਰੀ ਜਦੋਂ ਸਾਧ ਸੰਗਤ ਜੀ ਕੋਈ ਬਜ਼ੁਰਗ ਪਿਤਾ ਚੜ੍ਹਾਈ ਕਰ ਦਿੰਦਾ ਹੈ, ਸਰੀਰ ਘਰ ਵਿੱਚ ਪਿਆ ਹੁੰਦਾ ਹੈ, ਪੁੱਤਰਾਂ ਦੀ ਲੜਾਈ ਖੜੀ ਹੋ ਜਾਂਦੀ ਹੈ ਵੀ ਇਹਦੀ ਪ੍ਰਾਪਰਟੀ ਦਾ ਮਾਲਕ ਮੈਂ ਹਾਂ। ਉੱਥੋਂ ਦੇ ਮਾਹੌਲ ਨੂੰ ਇਨਸਾਨ ਭੁੱਲ ਜਾਂਦਾ ਹੈ ਵੀ ਛੱਡੋ ਗੱਲ ਪਰੇ, ਸਮਾਂ ਵਿਚਾਰੀਏ। ਉਹਨਾਂ ਨੇ ਸਮਾਂ ਨਾ ਵਿਚਾਰਿਆ, ਸਤਿਗੁਰੂ ਦਾ ਸਰੀਰ ਪਿਆ ਸੀ ਪਰ ਬਾਹਰ ਲੜਾਈ ਖੜੀ ਕਰ ਦਿੱਤੀ, ਲੜਾਈ ਝਗੜਾ ਖੜਾ ਕਰ ਦਿੱਤਾ, ਰੌਲਾ ਪੈਣ ਲੱਗ ਪਿਆ। ਹੁਣ ਸਤਿਗੁਰੂ ਨੇ ਖੇਡ ਵਰਤਾ ਦਿੱਤੀ ਵੀ ਇਸ ਤਰ੍ਹਾਂ ਤਾਂ ਇਹਨਾਂ ਨੇ ਹਟਣਾ ਨਹੀਂ, ਇਸ ਤਰ੍ਹਾਂ ਇਹਨਾਂ ਨੇ ਟਲਣਾ ਨਹੀਂ, ਕੋਈ ਖੇਡ ਵਰਤਾਈ ਜਾਵੇ ਜਿਹਦੇ ਨਾਲ ਇਹਨਾਂ ਦੀ ਲੜਾਈ ਖਤਮ ਹੋ ਜਾਵੇ। ਉਹ ਖੇਡ ਸਤਿਗੁਰੂ ਨੇ ਵਰਤਾ ਦਿੱਤੀ ਸੀ। ਸੰਬੰਧ ਹਿੰਦੂ ਹੋਏ ਆਏ ਬਲ ਕਰ ਤਿਨ ਕੋ ਚਹਿਤ ਹਟਾਏ। ਸਾਧ ਸੰਗਤ ਜੀ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ। ਸਾਧ ਸੰਗਤ ਜੀ ਦੋਵੇਂ ਜਣੇ ਪਠਾਨ ਜਿਹੜੇ ਆਏ ਸਨ ਉਹ ਕਹਿਣ ਲੱਗੇ ਅਸੀਂ ਜਾਵਾਂਗੇ ਅੰਦਰ। ਉਹਨਾਂ ਨੇ ਜਦੋਂ ਸ਼ਸਤਰ ਕੱਢ ਲਏ ਤੇ ਜਿਹੜੇ ਦੂਜੇ ਸਨ ਉਹਨਾਂ ਨੇ ਵੀ ਸ਼ਸਤਰ ਕੱਢ ਲਏ। ਆਪਸ ਦੇ ਵਿੱਚ ਜਿੱਦ ਖੜੀ ਹੋ ਗਈ। ਦੋਨਾਂ ਦੇ ਵਿੱਚ ਜਦੋਂ ਜਿੱਦ ਖੜੀ ਹੋ ਗਈ, ਦੋਵਾਂ ਨੇ ਸ਼ਸਤਰ ਧੂ ਲਏ, ਤਲਵਾਰਾਂ ਕੱਢ ਲਈਆਂ, ਤੇ ਕੁਝ ਸਿਆਣੇ ਪੁਰਸ਼ ਜਿਹੜੇ ਸਾਨੂੰ ਵਿਚਾਲੇ ਆ ਗਏ। ਵਿਚਾਲੇ ਆ ਕਰਕੇ ਕਹਿਣ ਲੱਗੇ ਕਿਉਂ ਲੜਾਈ ਖੜੀ ਕਰਦੇ ਹੋ, ਕਿਉਂ ਲੜਨ ਲੱਗੇ ਹੋ? ਦੋਵੇਂ ਜੇ ਮੰਨਦੇ ਹੋ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖ ਹਾਂ, ਫਿਰ ਕਿਉਂ ਲੜ ਰਹੇ ਹੋ? ਅੱਜ ਸਿੱਖ ਪੰਥ ਵਿੱਚ ਵੀ ਇਹੀ ਗੱਲ ਹੈ ਗੁਰਮੁਖੋ, ਜੇ ਆਪਾਂ ਇਹ ਮੰਨਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਾਂ, ਤਾਂ ਆਪਾਂ ਕਿਉਂ ਲੜੀਏ? ਕਿਉਂ ਆਪਾਂ ਲੜੀਏ? ਜੇ ਆਪਾਂ ਇਹ ਮੰਨੀਏ ਵੀ ਇੱਕ ਹੀ ਗੁਰੂ ਜੀ ਦੀ ਔਲਾਦ ਹਾਂ ਅਸੀਂ, ਇੱਕ ਹੀ ਸਤਿਗੁਰੂ ਦੇ ਪੁੱਤਰ ਹਾਂ, ਇੱਕ ਹੀ ਸਾਡੀ ਮਾਤਾ ਹੈ ਮਾਤਾ ਸਾਹਿਬ ਕੌਰ, ਇੱਕ ਹੀ ਸਾਡਾ ਪਿਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਫਿਰ ਆਪਾਂ ਕਿਉਂ ਲੜੀਏ? ਪਰ ਸਾਧ ਸੰਗਤ ਜੀ ਆਪਾਂ ਉਦੋਂ ਹੀ ਲੜਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਬੰਨੇ ਓਹਲੇ ਕਰ ਦਿੰਦੇ, ਉਦੋਂ ਹੀ ਲੜਦੇ ਹਾਂ ਆਪਾਂ। ਜਦੋਂ ਸਾਧ ਸੰਗਤ ਜੀ ਪਿਓ ਸਾਹਮਣੇ ਹੋਵੇ, ਪਿਓ ਨੂੰ ਸਾਹਮਣੇ ਰੱਖਿਆ ਹੋਵੇ ਬੱਚਿਆਂ ਨੇ, ਫਿਰ ਬੱਚੇ ਪਿਓ ਦੇ ਸਾਹਮਣੇ ਲੜਦੇ ਨਹੀਂ।
पर साध संगत जी जदों प्यो नूं एक बन्ने कर दिता जाए फिर बच्चे लड़न लग पैंदे ने। प्यो दा सामने डर होवे फिर बच्चे नहीं जे लड़दे। प्यो नूं एक बन्ने समझ लिया फिर साध संगत जी लड़ाई खड़ी हो जाती है। हुण उन्होंने गुरु नानक पातशाह महाराज जी नूं सामने ना समझद्या होया ये लड़ाई शुरू कर लई सी। सियाने सिख हुते तहजेई करियो विचार मिलत पैते। पुराने समय अंदर साध संगत जी किसी का कोई पढ़दा हुंदा सी सिख ढक लैंदा सी भी सिख भरा है मेरा पढ़दा ढक लईए। पर साध संगत जी अजकल पढ़दा ढकिया नहीं जाता, चुक दिता जाता है। जे एक नूं पता है तो 10 बंदियां नूं गल वो दस दिंदा है। कौन दसदा है? एक सिख ही दस दिंदा है। पर जे आपां ये मन के चलीए भी एक पिता दे पुत्तर असीं गुरु गोबिंद सिंह महाराज जी दे, फिर आपां पढ़दे ढकने शुरू कर दईए, फिर आपां पढ़दे ढक लईए। जदों छोटा हुंदा है भरा फिर साध संगत जी उन्होंने नाल लैके चलदा है, उहदी गलती भी साध संगत जी नहीं दसदा, अपने प्यो नूं ढक लैंदा है, पढ़दा पा लैंदा है। पर जदों वही भरा साध संगत जी वड्डा हो जाता, ईरखा बन जाती, फिर पढ़दे खोलने शुरू कर दिंदा बंदा। सो इस तरह कुछ सियाणे जिहड़े सन उन्होंने समझाया वो क्यों लड़दे हो, एक ही पिता दे जे पुत्र हो, एक ही गुरु नानक पातशाह महाराज जी दे जे सिख हो, फिर लड़ाई किहड़ी गल दी, क्यों लड़ रहे हो। तुरकन को अब है बल पारे बहुर रीत से बचन उचारे। फिर कईयां दे उत्ते उम्मीद हुंदी है भी ये बंदा समझ सकदा है, कईयां दे उत्ते उम्मीद हुंदी है। फिर जेड़े हिंदू सन उन्हां नूं कहा भी गल सुनो, एक बन्ने लिजा के कहा भी इन्हां दा है राज, इन्हां ने नहीं समझना, क्योंकि सिर उत्ते सवार है, राज भाग दा भूत सवार है सिर ते, इन्हां ने गल नहीं जे मननी। इस करके आपां कोई इहो जिहा निर्णय करिए जिहदे नाल इह गल समझ जाण। ताते और न करिए काजा श्री सतगुर को ले हो आवाजा। ते साध संगत जी फिर वो कहंदे ने आपां इउं करिए, सतगुरु समर्थ हन, असीं उन्हां दे पुੱਤ हां, असीं उन्हां दे बच्चे हां। साझा फैसला एक कर दिता सियाणिਆਂ ने कि आपां सतगुरु नूं आवाज़ मार लैंदे हां, जा करके असीं आवाज़ मार लैंदे हां, वो आ करके तुहानूं आप समझा देणगे। जे पहिलां पुत्तरां दे बुलाया आ गए ने, असीं भी तां उन्हां दे पुत्तर हां, सिख भी उन्हां दे पुत्तर ने, जे पहिलां दे बुलाया आ गए ने फिर साडे बुलाया भी आ जाणगे, साडे बुलाया भी सतगुरु आ जाणगे। कहण लगे आपां शरीर कोल जांदे आ ते जा करके सतगुरु नूं बेनती करदे हां। तिन मर्जी के हैं अनुसारी करे कृत मिटावो रारी। ते साध संगत जी कहण लगे ये झगड़ा किसी ना किसी तरीके दे नाल खत्म हो जावे। जेड़े सियाणे ने वो कहंदे ने झगड़ा है, ये लड़ाई है, सतगुरु कृपा करन किसी ना किसी तरीके दे नाल खत्म हो जावे। खानन संग पनी असबानी पली पातनी के तिन मानी। तो खाना नूं जेड़े पठान सन उन्हां नूं कहा भी जांदे आ असीं अंदर ते आवाज़ मारदे आ ते तुहानूं भी बुला लवांगे, सतगुरु दा शरीर पिया तुसीं दर्शन कर लिओ। ते उन्हां पठाणा ने भी ये गल मान लई। द्वै सिख हुते समीपी जेई अंतर गे कनाथ के तेई। जिथे अनाथां दे नाथ करुणा निधान भगत वशल गुरु नानक पातशाह महाराज जी दा शरीर पिया सी, उत्थे दो सिख गए ने साध संगत जी। उत्थे जदों दोवें ये सिख जांदे ने उस कनाथ दे अंदर, उत्थे जा करके जदों वेखिया इन्हां ने ते बहुत हैरान हो गए। वस्त्र संयुक्त सेज तह देखी देहन पे अचरज बसेखी। साध संगत जी जनो ये 2-3 सिख उस कनात दे अंदर दाखिल होए, फिर एक खेड वरती बहुत तगड़ी उन्हां दे लई बड़ी हैरानीजनक उन्होंने वेख्या, बड़ी हैरान करने वाली गल सी। वेख्या तो उत्थे सिर्फ चादर पई सी, उत्थे सतगुरु दा शरीर नज़र नहीं सी आउंदा। अंबर को ओ कर पल जोवा निक से कहत अचंभा होआ। साध संगत जी शाह उपर दे उपर थले दे थले रह गए। जदों ये कुछ वेख्या कहन लगे ये की खेड वरती, धन गुरु नानक पातशाह महाराज जी किधर गए, उन्हां दा शरीर भी नहीं रहा।
किधर चले गए सतगुरु जी? उत्थे सिर्फ चादर पई रह गई सी। क्यों तुम कीनो इतना झगड़ा, सतगुर आपन बेरियो सगरा। फिर उन्होंने क्या करके बाहर जदों आए कहंदे ने क्यों तुम कीनो इतना झगड़ा, सतगुरु आप निवारियो सगरा। कहन लगे तुसी झगड़ा पाया है ते धन गुरु नानक पातशाह महाराज जी झगड़े की जड़ नूं ही पुट के चले गए। झगड़ा सारा ही मुका दिता सतगुरु ने। तुसी कहंदे सी असी दर्शन करने ने, असी संस्कार करना है, ते ओ कहंदे सी असी दफनाउणा है। झगड़ा खड़ा कर लिया सी। वो कहन लगे असी भी सिख हाँ, वो कहंदे असी मुरीद हाँ। असी सतगुरु सच्चे पातशाह महाराज जी नूं जो इस्लाम धर्म की रीति रिवाज हैं उन्हां दे हिसाब नाल दफनावांगे, दफन करांगे। ते साध संगत जी जिहड़े हिंदू सन वो कहंदे सन असी संस्कार करांगे। इस तरह होर भी बड़ियां गल्लां होईयां। साध संगत जी वो सारियां गल्लां ही सतगुरु सच्चे पातशाह महाराज जी ने निबेड़ दित्तियां। अंतर ध्यान पिरही न देही, कुसा सेज पर बस्तर परे ही। साध संगत जी उत्थे एक चादर पई रह गई, कुछ फुल उत्थे पए रह गए सन। दोहरा रार न करिए परस पर, देहो कनात खुलाए। वो सिख कहन लगे रार ना करिए, झगड़ा ना करो, कनात खोल दवो ते आपे ही अंदर जा करके वेख लो। कवि जी कहते ने उन्होंने पठाणा ने यह भी गल कही कि साडे गुरु सन, कुछ मुसलमान वीर होर भी नाल सन, उन्होंने ये भी गल कही कि असी दफनावांगे शरीर नूं क्योंकि साडे भी गुरु सन। ये सारी गल नूं ही गुरु बाबा जी ने निबेड़ दिता ते कनात खोल के कह दिता भी आओ तुसी आप ही वेख लो, उत्थे कुछ भी नहीं जे रह गया। तुसी लड़ाई खड़ी कीती है भी असी दर्शन करने हन, वेखना है ते वेख करके दफनाउणा है। वो कहंदे ने असी संस्कार करना है, अगन दे नाल संस्कार करना। वो कहंदे ने असी दफना करके ते वो कहंदे ने वेखो सारे जने आ करके गुरु जी ने सारे झगड़े नूं ही खत्म कर दिता है। देखै नारी सर्ब कौतक मत बिस्माए। हुण साध संगत जी इहो जी खेड वेख करके बड़ी अजीब खेड सी भी शरीर ही गायब हो गया। खेड वेख करके नर नारी बंदे अते औरतां सारिਆਂ ਦੇ साध संगत जी मूँह अड्डे दे अड्डे रह गए भी ये खेड की भरत गई, किधर चले गए सतगुरु, किधर चले गए। सारे बड़े हैरान हो गए इस खेड नूं वेख करके, बड़े हैरान हुंदे ने, बहुत ही हैरान हुंदे ने कि सतगुरु दा शरीर किधर चलिया गया। सवैया लीन उतार के नात सिताब गए, टिग है दरस नर नारी। कनात आले दाले ला दी गई जिथे सतगुरु का शरीर पिया सी। फिर उत्थे पहुँच गए सारे जने, पहुँच करके साध संगत जी जिहड़ी उत्थे चादर पई सी उस चादर नूं वेखदे ने ते थल्ले पए होए कुछ फुल्लां नूं वेखदे हन। है सहजा पर चीर परयो पिख, जय गुर ऊंच उचारी। इस कौतक नूं वेख करके फिर कहंदे ने जय गुर जय जयकार मुखों निकली कि सतगुरु तुहाडी जय जयकार है। श्री सुख कंद गोबिंद मुकंद, सो नाम को लेकर बंधनकारी। वख वख नाम लै करके सुखां दे खजाने सतगुरु जी दुखां नूं कट्टण वाले सतगुर सच्चे पातशाह महाराज जी, दुख निवारण सतगुर सच्चे पातशाह महाराज जी। इस तरह वख वख नां लै करके सतगुरु दा जस गायन करदे हन। होए अचंभ रहे हिरदे तहठा, नर जे सब की मत हारी। साध संगत जी गुरु दे सामने हर एक दी मत हार जाती है। उत्थे साध संगत जी बुद्धि खत्म हो जाती है जिथे गुरु दी खेड वापरदी है। गुरु दी खेड साध संगत जी गुरु दी अजमत, साध संगत जी गुरु दा बल, गुरु दी समर्था इस बुद्धि तो बाहर है। बुद्धि दे विच समझण वालियां गल्लां नहीं है, बुद्धि तो परे दियां गल्लां हन। जदों वेखदे ने ते फिर समझ नहीं सकते भी ये खेड की बन गई। सारे हैरान हुंदे ने ते कहिंदे ने सतगुरु तुहाडी जय जयकार है। छपै छंद
ਤੁਰਕਨ ਅੰਬਰ ਅਰਦ ਅਰਦ ਹਿੰਦਨ ਤਬ ਲਿਆ। ਫਿਰ ਕੀ ਕੀਤਾ ਸਾਧ ਸੰਗਤ ਜੀ, ਇਹ ਜਦੋਂ ਤੋਂ ਇਹ ਸ਼ੁਰੂ ਤੋਂ ਚੱਲਦਾ ਹੈ ਤੇ ਅੱਜ ਵੀ ਇਸ ਹਿੰਦੁਸਤਾਨ ਦੀ ਧਰਤੀ ਉੱਪਰ ਚੱਲ ਰਿਹਾ ਹੈ। ਹਿੰਦੂ ਅਤੇ ਮੁਸਲਮਾਨਾਂ ਦਾ ਕਦੀ ਆਪਸ ਦੇ ਵਿੱਚ ਮੇਲ ਨਹੀਂ ਬਣ ਪਾਇਆ। ਕੁਝ ਸਮਝਦਾਰ ਹੋਣਗੇ ਜਿਨ੍ਹਾਂ ਦਾ ਬਣ ਜਾਂਦਾ ਹੈ, ਪਰ ਸਾਧ ਸੰਗਤ ਜੀ ਬਣ ਨਹੀਂ ਪਾਇਆ। ਜੇ ਬਣਨ ਵੀ ਲੱਗੇ ਫਿਰ ਕੋਈ ਨਾ ਕੋਈ ਵਿੱਚ ਇਹੋ ਜਿਹਾ ਆ ਜਾਂਦਾ ਹੈ ਕੋਈ ਜਿਹੜਾ ਸਾਧ ਸੰਗਤ ਜੀ ਬਣ ਨਹੀਂ ਦਿੰਦਾ। ਇਹ ਸਾਰੀ ਸਾਧ ਸੰਗਤ ਜੀ ਖੇਡ ਨੂੰ ਹੀ ਖਤਮ ਕਰ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿ ਲੜਨ ਦੀ ਕੋਈ ਗੱਲ ਨਹੀਂ। ਪਰ ਸਾਧ ਸੰਗਤ ਜੀ ਫੇਰ ਉਹੀ ਗੱਲ ਕਰ ਦਿੱਤੀ। ਕੀ ਕੀਤਾ? ਉਹ ਜਿਹੜੀ ਚਾਦਰ ਪਈ ਸੀ, ਕਹਿਣ ਲੱਗੇ ਉਹ ਲੋਕਾਂ ਨੇ ਚਾਦਰ ਪਕੜ ਲਈ। ਮੁਸਲਮਾਨ ਫੇਰ ਕਹਿੰਦੇ ਨੇ ਕਿ ਇਹ ਚਾਦਰ ਅਸੀਂ ਦਫਨਾਵਾਂਗੇ, ਲੜਾਈ ਫੇਰ ਖੜੀ ਕਰ ਲਈ। ਤੇ ਜਿਹੜੇ ਹਿੰਦੂ ਸਨ ਉਹ ਕਹਿੰਦੇ ਨੇ ਅਸੀਂ ਸੰਸਕਾਰ ਕਰਾਂਗੇ। ਜੇ ਗੁਰੂ ਜੀ ਗਏ ਨੇ ਤਾਂ ਚਾਦਰ ਤਾਂ ਰਹਿ ਗਈ ਹੈ ਨਾ, ਅਸੀਂ ਇਹਦਾ ਸੰਸਕਾਰ ਕਰਾਂਗੇ। ਲੜਾਈ ਫੇਰ ਖੜੀ ਹੋ ਗਈ। ਫਿਰ ਸਾਧ ਸੰਗਤ ਜੀ ਹੁਣ ਕਈ ਵਿੱਚ ਸਿਆਣੇ ਸੀ, ਕਹਿਣ ਲੱਗੇ ਇਹਨਾਂ ਨੇ ਇਸ ਤਰ੍ਹਾਂ ਟਲਣਾ ਨਹੀਂ, ਇਸ ਲੜਾਈ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਖਤਮ ਕਰੀਏ। ਉਹਨਾਂ ਨੇ ਫਿਰ ਕੀ ਕੀਤਾ? ਜ਼ੋਰ ਜ਼ਬਰਦਸਤੀ ਦੇ ਨਾਲ ਸਾਧ ਸੰਗਤ ਜੀ ਉਹਨਾਂ ਮੂਰਖ ਲੋਕਾਂ ਨੇ ਕੀ ਕੀਤਾ? ਗੁਰੂ ਬਾਬਾ ਜੀ ਦੀ ਉਸ ਅਮੋਲਕ ਚਾਦਰ ਦੇ 2 ਟੁਕੜੇ ਕਰ ਦਿੱਤੇ। 2 ਟੁਕੜੇ ਕਰ ਕਰਕੇ ਉਸ ਚਾਦਰ ਦੇ ਜਿਹੜੇ ਫੁੱਲ ਸਨ ਉਹਨਾਂ ਨੂੰ ਵੀ ਵੰਡ ਦਿੱਤਾ। ਮਸਕੀਨ ਜੀ ਕਹਿੰਦੇ ਸਨ ਕਿ ਅਸਲ ਦੇ ਵਿੱਚ ਦੇਸ਼ ਦੀ ਵੰਡ ਉਸ ਦਿਨ ਹੀ ਹੋ ਗਈ ਸੀ ਜਿਸ ਦਿਨ ਮੂਰਖ ਲੋਕਾਂ ਨੇ ਬਾਬੇ ਨਾਨਕ ਦੀ ਚਾਦਰ ਦੇ 2 ਹਿੱਸੇ ਕਰ ਦਿੱਤੇ ਸਨ। ਅਸਲ ਦੇ ਵਿੱਚ ਦੇਸ਼ ਦੇ ਟੁਕੜੇ ਉਦਣ ਹੀ ਹੋ ਗਏ ਸਨ ਜਿੱਦਣ ਮੂਰਖ ਲੋਕਾਂ ਨੇ ਗੁਰੂ ਬਾਬਾ ਜੀ ਦੀ ਸਾਂਝੀ ਚਾਦਰ ਦੇ 2 ਟੁਕੜੇ ਕਰ ਦਿੱਤੇ ਸਨ। ਉਦਣ ਹੀ ਦੇਸ਼ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਮਸਕੀਨ ਜੀ ਨੇ ਇਉਂ ਬੋਲ ਕੇ ਕੀ ਕੀਤਾ? ਉਸ ਚਾਦਰ ਨੂੰ ਜੋ ਬਹੁਤ ਹੀ ਸਤਿਕਾਰਯੋਗ ਸੀ ਉਸ ਦੇ 2 ਟੁਕੜੇ ਕਰਕੇ ਰੱਖ ਦਿੱਤੇ। ਸਗਰ ਚਗਰ ਗਿਆ ਨਿਬਰ ਹਰਖ ਉਰ ਦਹੁ ਦਿਸ ਥੀਆ। ਸਾਧ ਸੰਗਤ ਜੀ ਉਹ ਜਿਹੜੇ ਇਸਲਾਮ ਵਾਲੇ ਸਨ ਆਪਣੀ ਚਾਦਰ ਨੂੰ ਲੈ ਕਰਕੇ ਚਲੇ ਗਏ, ਉਹ ਖੁਸ਼ ਹੋ ਗਏ ਤੇ ਇੱਧਰਲੇ ਖੁਸ਼ ਹੋ ਗਏ। ਚਾਦਰ ਲੈ ਕਰਕੇ ਆਪੋ ਆਪਣੀ ਚਾਦਰ ਲੈ ਕਰਕੇ 2 ਟੁਕੜੇ ਕਰਕੇ ਉਹਨਾਂ ਨੇ ਦਫਨਾਉਣ ਦੀ ਤਿਆਰੀ ਕੀਤੀ ਤੇ ਦੂਜਿਆਂ ਨੇ ਸੰਸਕਾਰ ਕਰਨ ਦੀ ਤਿਆਰੀ ਕਰ ਲਈ। ਸਿੱਖ ਲੈ ਕਰ ਚੀਰ ਚਿਤਾ ਚੰਦਨ ਕੀ ਰਚ ਕਰ। ਤੇ ਉਹਨਾਂ ਨੇ ਚੰਦਨ ਦੀ ਚਿਖਾ ਸਾਧ ਸੰਗਤ ਜੀ ਸਜਾ ਲਈ। ਚੰਦਨ ਦੀ ਚਿਖਾ ਸਜਾ ਕਰਕੇ ਉਸ ਉੱਪਰ ਉਸ ਚਾਦਰ ਨੂੰ ਰੱਖ ਦਿੱਤਾ। ਨਿਜ ਮੁਖ ਜਹ ਗੁਰ ਕਹਿਓ ਤਹਾਂ ਦੇਹ ਦਾਹ ਭਲੇ ਧਰ। ਸਾਧ ਸੰਗਤ ਜੀ ਫਿਰ ਉਹਨਾਂ ਨੇ ਉਸ ਸਥਾਨ ਦੇ ਉੱਪਰ ਉਸ ਚਿਤਾ ਨੂੰ ਸਜਾਇਆ ਤੇ ਉਸ ਚਾਦਰ ਦਾ ਸੰਸਕਾਰ ਕਰ ਦਿੱਤਾ। ਪੁੰਨ ਹੁਤੇ ਮਰੀਦ ਸੋ ਅਰਦ ਲੈ ਨੀਕੇ ਤਹਿ ਦਫਨਾਏ ਦਿਆ। ਤੇ ਦੂਜਿਆਂ ਨੇ ਦਫਨਾ ਦਿੱਤਾ। ਸਾਧ ਸੰਗਤ ਜੀ ਇਹ ਜੋ ਵਾਰਤਾ ਆਪ ਜੀ ਨੇ ਸਰਵਣ ਕੀਤੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਉੱਥੋਂ ਲੋਪ ਹੋਇਆ। ਇਹ ਕਈ ਵਾਰੀ ਖੇਡ ਵਰਤੀ ਹੈ ਗੁਰੂਆਂ ਦੇ ਇਤਿਹਾਸ ਵਿੱਚ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਜੂਰ ਸਾਹਿਬ ਦੀ ਧਰਤੀ ਉੱਪਰ ਵੇਖੋ। ਇਸ ਕਥਾ ਤੋਂ ਸਿੱਖਿਆ ਮਿਲੇਗੀ ਗੁਰੂ ਬਾਬਾ ਜੀ ਦਾ ਸਰੀਰ ਅਲੋਪ ਹੋਇਆ, ਕਿੱਥੇ ਗਿਆ? ਇਹਦਾ ਮਤਲਬ ਸਿੱਧਾ ਤੇ ਸਿੱਧਾ ਇਹ ਹੈ ਵੀ ਸਤਿਗੁਰੂ ਕਿਤੇ ਵੀ ਨਹੀਂ ਜੀ ਗਏ। ਸਤਿਗੁਰੂ ਸਰੀਰ ਕਰਕੇ ਇੱਥੇ ਹੀ ਨੇ। ਸਮੇਂ ਸਮੇਂ ਅਨੁਸਾਰ ਜਿਸ ਵੀ ਰੱਬ ਦੇ ਪਿਆਰੇ ਨੇ ਕਿਸੇ ਮਹਾਂਪੁਰਖ ਨੇ ਬੰਦਗੀ ਕੀਤੀ ਤੇ ਸਤਿਗੁਰੂ ਨੇ ਆ ਕਰਕੇ ਉਹਨਾਂ ਨੂੰ ਦਰਸ਼ਨ ਵੀ ਦਿੱਤੇ ਹਨ। ਤੇ ਇਹੀ ਬਿਲਕੁਲ ਐਨ ਮੇਨ ਇਸੇ ਤਰ੍ਹਾਂ ਘਟਨਾ ਹਜੂਰ ਸਾਹਿਬ ਵਾਪਰੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਗੀਠਾ ਸਜਾਇਆ ਤੇ ਅੰਗੀਠਾ ਸਜਾ ਕਰਕੇ ਆਲੇ ਦੁਆਲੇ ਕਨਾਤ ਲਵਾਈ ਤੇ ਸਤਿਗੁਰੂ ਨੇ ਕਿਹਾ ਕਿ ਅੰਦਰ ਕੋਈ ਨਾ ਜਾਇਓ। ਕੋਈ ਸਿੱਖ ਗਿਆ ਨਹੀਂ ਅੰਦਰ। ਚਿਖਾ ਦੇ ਵਿੱਚ ਚਲੇ ਗਏ ਸਤਿਗੁਰੂ। ਤੇ ਸਾਧ ਸੰਗਤ ਜੀ ਸਤਿਗੁਰੂ ਨੇ ਕਿਹਾ ਵੀ ਮੇਰਾ ਜਿਹੜਾ ਅੰਗੀਠਾ ਹੈ ਖਾਲਸਾ ਜੀ ਕੋਈ ਜਣਾ ਫਰੋਲਿਓ ਨਾ। ਕੋਈ ਪੜਦਾ ਸੀ ਪਰ ਸਾਧ ਸੰਗਤ ਜੀ ਉਸ ਸੱਚ ਨੇ ਸਾਹਮਣੇ ਵੀ ਆਉਣਾ ਸੀ। ਜਦੋਂ ਸਤਿਗੁਰੂ ਚਿਖਾ ਦੇ ਵਿੱਚ ਚਲੇ ਗਏ, ਉਸ ਚਿਖਾ ਦੇ ਲਾਂਬੂ ਜਦੋਂ ਆਕਾਸ਼ ਨੂੰ ਛੂਹਣ ਲੱਗੇ ਹਜੂਰ ਸਾਹਿਬ ਦੀ ਧਰਤੀ ਉੱਪਰ, ਤੇ ਸਾਧ ਸੰਗਤ ਜੀ ਬਾਹਰ ਬੈਠੇ ਸਿੱਖ ਬੜੇ ਵਿਰਾਗ ਵਿੱਚ ਆ ਗਏ। ਬਹੁਤ ਧਾਹਾਂ ਨਿਕਲ ਪਈਆਂ ਸਿੱਖਾਂ ਦੀਆਂ, ਪ੍ਰੇਮ ਕਰਨ ਵਾਲਿਆਂ ਦੀ, ਵੀ ਸਤਿਗੁਰੂ ਸਾਨੂੰ ਛੱਡ ਕੇ ਚਲੇ ਗਏ।
ਤੇ ਫਿਰ ਇੱਕ ਲਾਗੇ ਹੀ ਸਥਾਨ ਹੈ ਕੁਝ ਦੂਰੀ ਦੇ ਉੱਪਰ, ਉੱਥੇ ਇੱਕ ਸਾਧੂ ਮਹਾਤਮਾ ਰਹਿੰਦਾ ਸੀ। ਆਪ ਜੀ ਜਿਹੜੇ ਹਜੂਰ ਸਾਹਿਬ ਜਾਂਦੇ ਉਹਨਾਂ ਨੇ ਦਰਸ਼ਨ ਕੀਤੇ ਹੋਣਗੇ। ਰਤਨ ਰਾਏ ਜਿਹੜਾ ਸਥਾਨ ਹੈ, ਰਤਨਗੜ੍ਹ ਗੁਰਦੁਆਰਾ ਸਾਹਿਬ ਦਾ ਨਾਮ ਹੈ। ਉਸ ਸਥਾਨ ਉੱਪਰ ਜਿਹੜਾ ਸਾਧੂ ਸੀ ਉਸ ਨੂੰ ਜਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮਿਲੇ ਨੇ ਤੇ ਦੇਗ ਦਾ ਗੱਫਾ ਦੇ ਕੇ ਕਿਹਾ ਕਿ ਰਤਨ ਰਾਏ ਜਾ ਤਖਤ ਸਾਹਿਬ ਦੀ ਧਰਤੀ ਉੱਪਰ ਜਾ, ਉੱਥੇ ਸਿੱਖ ਬੜਾ ਵਿਰਾਗ ਕਰ ਰਹੇ ਨੇ ਤੇ ਉਹਨਾਂ ਨੂੰ ਜਾ ਕਰਕੇ ਇਹ ਗੱਲ ਕਹਿ ਵੀ ਮੈਂ ਕਿਤੇ ਨਹੀਂ ਗਿਆ, ਮੈਂ ਇੱਥੇ ਹੀ ਹਾਂ, ਰੋ ਨਾ, ਵਿਰਾਗ ਨਾ ਕਰੋ। ਜੇ ਕਹਿਣਗੇ ਇਹ ਗੱਲ ਕਿਵੇਂ ਸੱਚ ਹੈ, ਫਿਰ ਜਾ ਕਰਕੇ ਇਹ ਦੇਗ ਦੇ ਦਵੇਂ, ਇਹ ਸਬੂਤ ਹੈ। ਇਹ ਘਟਨਾ ਵਾਪਰੀ ਤੇ ਸਾਧ ਸੰਗਤ ਜੀ ਫਿਰ ਅਗਲੀ ਘਟਨਾ ਇੱਕ ਹੋਰ ਸੀ। ਗੁਰੂ ਜੀ ਦਾ ਕੁਮੈਤ ਨਾਂ ਦਾ ਘੋੜਾ ਤਬੇਲੇ ਦੇ ਵਿੱਚੋਂ ਗਾਇਬ ਹੋ ਗਿਆ ਸੀ। ਉਹ ਘੋੜੇ ਉੱਤੇ ਸਵਾਰ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗਏ ਸਨ। ਤੇ ਇੱਕ ਘਟਨਾ ਹੋਰ ਉਸ ਧਰਤੀ ਉੱਪਰ ਵਾਪਰੀ ਜਿਹਦੇ ਨਾਲ ਇਹ ਸਿੱਧ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਤੇ ਵੀ ਨਹੀਂ ਗਏ, ਉਹ ਇੱਥੇ ਹੀ ਨੇ। ਕੋਈ ਪ੍ਰੇਮ ਵਾਲਾ ਉਹਨਾਂ ਨੂੰ ਯਾਦ ਕਰੇ ਤੇ ਸਾਧ ਸੰਗਤ ਜੀ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ। ਇੱਕ ਘਟਨਾ ਇਹ ਸਤਿਗੁਰੂ ਨੇ ਕਿਹਾ ਸੀ ਖਾਲਸਾ ਜੀ ਮੇਰਾ ਅੰਗੀਠਾ ਨਾ ਫਰੋਲਿਓ, ਪਰ ਖਾਲਸਾ ਜੀ ਨੇ ਸਾਧ ਸੰਗਤ ਜੀ ਫਿਰ ਜਦੋਂ ਅੰਗੀਠਾ ਫਰੋਲਿਆ, ਕਈਆਂ ਦੀ ਭਾਵਨਾ ਹੁੰਦੀ ਸਾਧ ਸੰਗਤ ਜੀ, ਜਦੋਂ ਅੰਗੀਠਾ ਫਰੋਲਿਆ ਗਿਆ ਤੇ ਉਹਦੇ ਵਿੱਚੋਂ ਅਸਥੀਆਂ ਨਹੀਂ ਸਨ ਲੱਭੀਆਂ, ਉਹਦੇ ਵਿੱਚੋਂ ਸਿਰਫ ਛੋਟੀ ਇੱਕ ਸ੍ਰੀ ਸਾਹਿਬ ਲੱਭੀ ਸੀ ਜੋ ਸਾਧ ਸੰਗਤ ਜੀ ਆਪ ਜੀ ਤਖਤ ਸਾਹਿਬ ਤੇ ਦਰਸ਼ਨ ਕਰਦੇ ਹੋ। ਇਹ ਸਾਖੀਆਂ ਕੀ ਸੰਕੇਤ ਦਿੰਦੀਆਂ ਹਨ ਕਿ ਸਤਿਗੁਰੂ ਕਿਤੇ ਵੀ ਨਹੀਂ ਜੀ ਗਏ, ਇੱਥੇ ਹੀ ਨੇ। ਤੇ ਤੁਸੀਂ ਮਹਾਂਪੁਰਖਾਂ ਦਾ ਇਤਿਹਾਸ ਸੁਣਦੇ ਹੀ ਹੋ, ਵੱਡੇ ਵੱਡੇ ਕਰਨੀ ਵਾਲੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਦਰਸ਼ਨ ਕੀਤੇ ਨੇ ਤੇ ਹੁਣ ਵੀ ਕਰ ਰਹੇ ਨੇ। ਇਹ ਸਾਖੀਆਂ ਸਿੱਧ ਕਰਦੀਆਂ ਨੇ ਵੀ ਸਤਿਗੁਰੂ ਕਿਤੇ ਵੀ ਆਪਣੇ ਸਿੱਖਾਂ ਨੂੰ ਛੱਡ ਕਰਕੇ ਨਹੀਂ ਜਾਂਦੇ। ਜਿੱਥੇ ਕੋਈ ਭਾਵਨਾ ਵਾਲਾ ਸਿੱਖ ਯਾਦ ਕਰਦਾ ਹੈ ਉੱਥੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਾਜ਼ਰ ਹੋ ਜਾਂਦੇ ਨੇ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਉੱਥੇ ਸਥਾਨ ਹੈ ਹਜੂਰ ਸਾਹਿਬ ਭਜਨਗੜ੍ਹ ਸਾਹਿਬ, ਉੱਥੇ ਦਰਸ਼ਨ ਦਿੱਤੇ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਸੋ ਸਾਧ ਸੰਗਤ ਜੀ ਇਸ ਸਾਖੀ ਤੋਂ ਸਿੱਖਿਆ ਇਹ ਮਿਲੀ ਹੈ ਕਿ ਗੁਰੂ ਜੀ ਆਪਣਾ ਸਰੀਰ ਨੂੰ ਓਲੇ ਕੀਤਾ ਪਰ ਗਏ ਕਿਤੇ ਵੀ ਨਹੀਂ ਸਨ। ਇਉਂ ਬਾਦ ਬਿਖਾਦ ਮਿਟਾਏ ਸਭ, ਦੋਹਮ ਦਿਸਨ ਅਹਲਾਦ ਕੀਏ। ਕਹਿਣ ਲੱਗੇ ਇਸ ਤਰ੍ਹਾਂ ਬਾਦ ਵਿਵਾਦ ਮਿਟਾ ਕਰਕੇ ਸਤਿਗੁਰੂ ਨੇ ਦੋਵਾਂ ਨੂੰ ਹੀ ਖੁਸ਼ ਕਰ ਦਿੱਤਾ। ਸੋਰਠਾ ਸੰਮਤ 70 ਪਛਾਨ ਪੰਚ, ਮਾਸ ਬਿਤੇ ਬਹੁਰ। ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ 70 ਸਾਲ 5 ਮਹੀਨੇ ਤੇ ਸਾਧ ਸੰਗਤ ਜੀ 7 ਦਿਨ ਦੀ ਉਮਰ ਬਤੀਤ ਕਰ ਕਰਕੇ ਗਏ। ਸਪਤ ਦਿਨਨ ਪਰਵਾਨ, ਪਾਤਸ਼ਾਹੀ ਸਭ ਪ੍ਰਭ ਕਰੀ। ਗੁਰੂ ਜੀ ਨੇ ਗੁਰਿਆਈ ਮਾਣੀ, 7 ਮਹੀਨੇ ਉੱਪਰ ਤੱਕ ਗੁਰਿਆਈ ਸਤਿਗੁਰੂ ਨੇ ਮਾਣੀ ਹੈ। ਦੋਹਰਾ ਸੰਮਤ 15 ਸੈ ਲਖੋ, ਅਧਿਕ 96 ਜਾਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹਨੂੰ 5 ਭੌਤਿਕ ਸਰੀਰ ਇਸ ਤਰ੍ਹਾਂ ਓਲੇ ਕੀਤਾ, ਉਦੋਂ ਸੰਮਤ ਸਾਧ ਸੰਗਤ ਜੀ 1800 ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਸੰਮਤ 1880 ਦੇ ਵਿੱਚ ਆਪਣਾ 5 ਭੌਤਿਕ ਸਰੀਰ ਓਲੇ ਕੀਤਾ ਹੈ। ਆਸਜੂ ਵਦੀ 10ਵੀਂ ਵਿਖੇ, ਸੱਚਖੰਡ ਪ੍ਰਸਥਾਨ। ਸਾਧ ਸੰਗਤ ਜੀ ਥੋੜਾ ਵਿਸਰ ਗਿਆ। ਸੰਮਤ 1596 ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣਾ ਸਰੀਰ ਓਲੇ ਕੀਤਾ। ਚੌਪਈ ਸ੍ਰੀ ਗੁਰ ਕਥਾ ਕਹੀ ਕਛ ਥੋਰੀ, ਸਰਬ ਕਹਿਨ ਕੀ ਸਕਤ ਨ ਮੋਰੀ। ਕਵੀ ਜੀ ਕਹਿੰਦੇ ਨੇ ਜਿੰਨਾ ਗੁਰੂ ਜੀ ਦਾ ਇਤਿਹਾਸ ਮੈਂ ਸੁਣਾ ਸਕਿਆ, ਮੇਰੇ ਅੰਦਰ ਜਿੰਨੀ ਸਮਰੱਥਾ ਸੀ ਗੁਰਸਿੱਖੋ ਪਿਆਰਿਓ, ਮੈਂ ਆਪਣੀ ਯਤਨ ਲਾ ਕਰਕੇ ਕੋਸ਼ਿਸ਼ ਕਰਕੇ ਉਹਨਾਂ ਆਪ ਜੀ ਨੂੰ ਸੁਣਾਇਆ ਹੈ। ਹੈ ਜਥਾ ਮਤ ਤਥਾ ਸੁਬਰਨੀ, ਸਰੋਤਨ ਕੇ ਬੇਕਾਰ ਕੋ ਹਰਨੀ। ਕਹਿੰਦੇ ਨੇ ਇਹ ਕਥਾ ਉਹ ਹੈ ਜਿਨ੍ਹਾਂ ਨੇ ਸੁਣੀ ਹੈ, ਉਹਨਾਂ ਦੇ ਅੰਦਰੋਂ ਵਿਸ਼ੇ ਵਿਕਾਰ ਖਤਮ ਕਰਨ ਦੇ ਸਮਰੱਥ ਹੈ ਇਹ ਕਥਾ। ਜਿਨ੍ਹਾਂ ਨੇ ਬੈਠ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਜਿਨ੍ਹਾਂ ਨੇ ਇਸ ਕਥਾ ਨੂੰ ਸੁਣਿਆ ਹੈ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਜਿਨ੍ਹਾਂ ਨੇ ਸੁਣਿਆ, ਕਹਿਣ ਲੱਗੇ ਉਹਨਾਂ ਦੇ ਅੰਦਰੋਂ ਵਿਸ਼ੇ ਵਿਕਾਰ ਖਤਮ ਹੋਏ ਹਨ। ਚੌਪਈ ਜੋਗ ਵਿਰਾਗ ਭਗਤ ਪੁਨ ਗਿਆਨਾ, ਇਹ ਚਾਰੋ ਵਰਨੇ ਬਿਦ ਨਾਨਾ। ਇਸ ਕਥਾ ਨੂੰ ਸੁਣਨ ਦੇ ਨਾਲ ਜੋਗ ਵਿਰਾਗ ਭਗਤੀ ਗਿਆਨ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਦੇਵ ਸਪੰਦਾ ਗੁਣ ਜੇ ਬ੍ਰਿੰਦਾ, ਜਾ ਮੈਂ ਭਨੇ ਹਨੇ ਦੁਖ ਦੁੰਦਾ। ਦੁੱਖਾਂ ਦੇ ਸਾਧ ਸੰਗਤ ਜੀ ਵੱਡੇ ਵੱਡੇ ਭੰਡਾਰ ਜਿਸ ਦੇ ਮਨ ਵਿੱਚ ਲੱਗੇ ਹੋਏ ਹੋਣ, ਉਹ ਸਾਰੇ ਦੁੱਖ ਸਤਿਗੁਰੂ ਖਤਮ ਕਰਦੇ ਹਨ। ਜਿਹੜਾ ਵੀ ਇਹ ਕਥਾ ਨੂੰ ਸਰਵਣ ਕਰਦਾ ਹੈ, ਪੜ੍ਹੈ ਸੁਨੈ ਗੁਣ ਹਿਰਦੇ ਤਰਹਿ, ਪੁਨ ਪੁਨ ਕਰ ਅਭਿਆਸ ਵਿਚਰ ਹੈ। ਜਿਹੜਾ ਪੜ੍ਹਦਾ ਅਤੇ ਸੁਣਦਾ ਹਿਰਦੇ ਵਿੱਚ ਵਿਚਾਰਦਾ ਹੈ, ਜਿਹੜਾ ਨਿਤ ਅਭਿਆਸ ਕਰਦਾ ਹੈ ਵਾਹਿਗੁਰੂ ਦੇ ਨਾਮ ਦਾ, ਗੁਰਬਾਣੀ ਦਾ, ਉਹਦੇ ਅੰਦਰੋਂ ਹੌਲੀ ਹੌਲੀ ਇਹ ਸਭ ਵਿਸ਼ੇ ਵਿਕਾਰ ਖਤਮ ਹੁੰਦੇ ਹਨ। ਲਖ ਹੈ ਅਸਤ ਸਤ ਸੋ ਨਿਰਨੋ, ਹਰਖ ਨ ਸੋਕ ਨ ਜਨਮ ਨ ਮਰਨੋ। ਕਹਿਣ ਲੱਗੇ ਉਹਨਾਂ ਦੇ ਹਿਰਦੇ ਦੇ ਵਿੱਚ ਨਾ ਹਰਖ ਨਾ ਸੋਗ, ਉਹਨਾਂ ਦੀ ਬੇਨਤੀ ਬਿਲਕੁਲ ਇੱਕ ਸਮਾਨ ਹੋ ਜਾਂਦੀ ਹੈ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕਰਦੇ ਹਨ। ਸਤਿਗੁਰ ਸਿਫਤ ਮਹਾਤਮ ਜੋਈ, ਜਗ ਮਹਿ ਪ੍ਰਗਟ ਦੁਰੋਂ ਨੈ ਸੋਈ। ਕਵੀ ਜੀ ਕਹਿੰਦੇ ਨੇ ਮੈਂ ਕੀ ਵਰਣਨ ਕਰਾਂ, ਕੀ ਦੱਸਾਂ ਵੀ ਉਸ ਗੁਰੂ ਦੀ ਵਡਿਆਈ ਕਿੰਨੀ ਕੁ ਹੈ। ਆਪ ਸਾਰੇ ਜਾਣਦੇ ਹੋ, ਕਿਉਂਕਿ ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ ਕਿ ਉਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਵਡਿਆਈ ਹੈ। ਉਹ ਕਹਿਣ ਅਤੇ ਕਥਨ ਤੋਂ ਵਾਰੀ ਹੈ ਉਹ ਸਤਿਗੁਰੂ ਦੀ ਵਡਿਆਈ। ਮੇਰੇ ਵਿੱਚ ਜਿੰਨੀ ਬੁੱਧੀ ਸੀ, ਜਿੰਨੀ ਸਮਰੱਥਾ ਸੀ, ਉਨੀ ਉਸ ਸਤਿਗੁਰੂ ਦੀ ਵਡਿਆਈ ਬਿਆਨ ਕੀਤੀ ਹੈ। ਸੁਮਤਵਾਨ ਜਾਣੈ ਬਿਦ ਨੀਕੇ, ਰਾਖਤ ਹੈ ਪਰਿਓ ਵਿੱਚ ਹੀ ਕੇ। ਕਹਿਣ ਲੱਗੇ ਸੁਮਤਵਾਨ ਨੇ ਉਹ ਜਿਨ੍ਹਾਂ ਨੇ ਇਹ ਕਥਾ ਸੁਣੀ ਹੈ, ਉਹ ਸੁਮਤਵਾਨ ਹਨ ਜਿਨ੍ਹਾਂ ਨੇ ਇਸ ਕਥਾ ਨੂੰ ਵਿਚਾਰਿਆ ਹੈ, ਜਿਨ੍ਹਾਂ ਨੇ ਇਸ ਕਥਾ ਨੂੰ ਸੁਣਿਆ ਹੈ। ਤੇ ਕੋਈ ਮੂਰਖ ਵੀ ਇਸ ਕਥਾ ਨੂੰ ਸੁਣੇ, ਉਹ ਵੀ ਸੁਮਤ ਵਾਲਾ ਹੋ ਜਾਂਦਾ ਹੈ, ਬੁੱਧੀ ਵਾਲਾ ਹੋ ਜਾਂਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਪੰਜ ਭੌਤਿਕ ਸਰੀਰ ਦਾ ਓਲਾ ਜਦੋਂ ਕੀਤਾ, ਜਿਹੜੇ ਪਿੱਛੇ ਸਰੀਰ ਸਨ ਬੜਾ ਵਿਰਾਗ ਕੀਤਾ ਉਹਨਾਂ ਨੇ। ਪ੍ਰੇਮ ਵਿੱਚ ਆ ਕਰਕੇ ਸਾਧ ਸੰਗਤ ਜੀ ਹੋ ਹੀ ਜਾਂਦਾ ਹੈ। ਜਿਨ੍ਹਾਂ ਦੇ ਕੋਲ ਰਹਿ ਕਰਕੇ ਕਿਸੇ ਨੇ ਆਨੰਦ ਮਾਣਿਆ ਹੋਵੇ, ਕਿਸੇ ਨੇ ਕੁਝ ਲਿਆ ਹੋਵੇ, ਗੁਰੂ ਜੀ ਦੀਆਂ ਬਖਸ਼ਿਸ਼ਾਂ ਮਾਣੀਆਂ ਹੋਣ, ਉਹਨਾਂ ਨੂੰ ਵਿਰਾਗ ਆ ਹੀ ਜਾਂਦਾ ਹੈ। ਉਹ ਉਸ ਸਰੀਰ ਦਾ ਵਿਛੋੜਾ ਕਿਵੇਂ ਚੱਲ ਸਕਦੇ ਹਨ। ਅੱਜ ਵੀ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਆਪਾਂ ਜੁੜ ਬੈਠੇ ਆ, ਜਿਨ੍ਹਾਂ ਨੇ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਉਹਨਾਂ ਦੇ ਕੋਲ ਬੈਠ ਕਰਕੇ ਕੁਝ ਆਤਮਿਕ ਆਨੰਦ ਮਾਣਿਆ, ਉਹ ਕਿਸ ਤਰ੍ਹਾਂ ਭੁੱਲ ਸਕਦੇ ਹਨ। ਉਹ ਸਾਧ ਸੰਗਤ ਜੀ ਜਦੋਂ ਵੀ ਇਸ ਸਥਾਨ ਉੱਪਰ ਆਉਂਦੇ ਨੇ ਤਾਂ ਉਹਨਾਂ ਨੂੰ ਹਮੇਸ਼ਾ ਹੀ ਉਹ ਮਹਾਂਪੁਰਖ ਚੇਤੇ ਆ ਜਾਂਦੇ ਨੇ ਕਿ ਕਦੇ ਇਸ ਸਥਾਨ ਉੱਪਰ ਬੈਠ ਕਰਕੇ ਉਹ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕਰਕੇ ਆਨੰਦ ਮਾਣਿਆ ਸੀ। ਜਿਨ੍ਹਾਂ ਨੇ ਸੰਗਤ ਕੀਤੀ ਹੋਵੇ ਤੇ ਜਿਹਨਾਂ ਨੂੰ ਸਾਧ ਸੰਗਤ ਜੀ ਜਿਨ੍ਹਾਂ ਨੇ ਸੰਗਤ ਕੀਤੀ ਨਹੀਂ, ਜਿਹੜੇ ਕਦੀ ਕੋਲ ਕਿਸੇ ਮਹਾਂਪੁਰਖ ਦੇ ਬੈਠੇ ਹੀ ਨਹੀਂ, ਉਹ ਤਾਂ ਫਿਰ ਸਾਧ ਸੰਗਤ ਜੀ ਉਹੋ ਜਿਹੀਆਂ ਜਿਹੋ ਜਿਹੀ ਉਹਨਾਂ ਦੀ ਮੱਤ ਹੈ ਉਹੋ ਜਿਹੀਆਂ ਗੱਲਾਂ ਕਰਦੇ ਹੀ ਹਨ। ਜਿਨ੍ਹਾਂ ਨੇ ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਹੈ ਉਹ ਜਾਣਦੇ ਹਨ ਕਿ ਇੱਕ ਮਹਾਂਪੁਰਖ ਦਾ ਦਿਲ ਕਿਹੋ ਜਿਹਾ ਹੁੰਦਾ ਹੈ, ਇੱਕ ਮਹਾਂਪੁਰਖ ਦੀ ਅਸੀਸ ਕਿਹੋ ਜਿਹੀ ਹੁੰਦੀ ਹੈ, ਇੱਕ ਮਹਾਂਪੁਰਖ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ। ਕਿਸੇ ਕਵੀ ਨੇ ਸਾਧ ਸੰਗਤ ਜੀ ਬੜਾ ਸੋਹਣਾ ਦੱਸਿਆ ਕਿ ਇੱਕ ਮਹਾਂਪੁਰਖ ਦਾ ਦਿਲ ਕਿਹੋ ਜਿਹਾ ਹੁੰਦਾ ਹੈ। ਉਹ ਕਹਿਣ ਲੱਗਿਆ ਕਿ ਜਿਹੜਾ ਮਹਾਂਪੁਰਖ ਹੁੰਦਾ ਹੈ, ਰੱਬ ਦਾ ਪਿਆਰਾ ਹੁੰਦਾ, ਉਹਦਾ ਦਿਲ ਹੁੰਦਾ ਹੈ ਮੱਖਣ ਵਰਗਾ, ਬੜੀ ਛੇਤੀ ਪਿਘਲ ਜਾਂਦਾ ਹੈ। ਮੱਖਣ ਆਪਾਂ ਵੇਖਿਆ ਸਾਧ ਸੰਗਤ ਜੀ ਦੂਰ ਹੀ ਸੇਕ ਹੋਵੇ ਤੇ ਬੜੀ ਛੇਤੀ ਪਿਘਲ ਜਾਂਦਾ ਹੈ, ਬੜਾ ਮੁਲਾਇਮ ਹੁੰਦਾ ਹੈ। ਪਰ ਉਹਨੇ ਨਾਲ ਦੀ ਨਾਲ ਕਿਹਾ
कि मक्खन नूं तां खुद सेक लगे फिर पिंगलदा है, पर महापुरख इहो ਜਿਹੇ नहीं हुंदे। मक्खन नूं खुद सेक लगे तो फिर पिंगलदा है, पर महापुरख इहो ਜਿਹੇ हुंदे ने सेक दूजिਆਂ नूं लगदा पिंगल ਉਹ आप जांदे हन। इहो ਜਿਹੇ हुंदे ने महापुरख। बड़े साध संगत जी जिन्हां ने जिहड़ा साध संगत जी जिन्हां नूं कुछ भी नहीं सी आउंदा उन्हां दे मूँहों सुणीदा है ना। अज वो पंथ दे महान कीर्तनीय ने, पंथ दे महान विद्वान ने, पंथ दे महान प्रचारक ने। जदों उन्हां दे मूँहों सुणीदा है, उन्हां दे इंटरव्यू विच सुणीदा है, उन्हां दे कोल बैठ के जदों सुणीदा है महापुरखां बारे, संत बाबा सुच्चा सिंह जी बारे, तो साध संगत जी दिल विच ये भी आउंदी है भी क्यों असी भी पहलां आ जांदे, असी भी दर्शन कर लेंदे उन्हां महापुरखां दे। वो दसदे ने वड्डे वड्डे विद्वान जिहड़े अज वड्डियां वड्डियां स्टेजां उत्ते देशां विदेशां विच जा करके कीर्तन करदे ने, कथा करदे ने, उस अपने मूँहों साध संगत जी कहिंदे सुने जांदे ने कि वो महापुरख इहो ਜਿਹੇ सन जिन्हां ने कोलियां नूं हीरे बना दिता। वो महापुरख इहो ਜਿਹੇ सन। साध संगत जी मझां चोण वालियां नूं, पट्ठे पाउण वालियां नूं, दिहाड़ियां करन वालियां नूं साध संगत जी उन्होंने सिख कौम की मायनाज हस्ती बना दिता है। जिन्हां नूं कुछ भी नहीं सी आउंदा उन्हां नूं विद्वान बना दिता। जिन्हां नूं साध संगत जी गाउणा नहीं सी आउंदा लोग उन्हां नूं सुणन दे लई तरसदे ने। इहो ਜਿਹੇ महापुरखां दी मिठी प्यारी याद विच आपां सारे जुड़े आ। सो साध संगत जी इहो ਜਿਹੇ महापुरख जिन्हां ने साध संगत जी बहुत वड्डे वड्डे कारज दुनिया विच कीते हन, ते साध संगत जी अज भी उन्हां दी बंदगी, उन्हां दी कमाई साध संगत जी उन्हां स्थानां उपल बोल रही है। तो साध संगत जी उन्हां दी कमाइयां दी बरकत दे राही ही अज भी उन्हां दे स्थानां उपर हज़ारां लोग आ करके नाम दा आनंद माणदे हन, नाम दियां साध संगत जी बरकतां नूं माणदे हन। साध संगत जी बिल्कुल ही महापुरख किन्ने को उन्हां दे परोपकार ने जिन्हां नूं साध संगत जी बिल्कुल जो चित चेते भी नहीं सन, जिन्हां दे मन विच भी ये कुछ भी कर सकांगे, ਜਿਹੜੇ ਸਾਰੀ ਸਾਰੀ ਦਿਹਾੜੀ ਧੁੱਪ ਵਿੱਚ ਸੜਦੇ ਹੋਣ ਉਹਨਾਂ ਨੂੰ ਮਹਾਂਪੁਰਖਾਂ ਨੇ ਜਹਾਜ਼ਾਂ ਉੱਪਰ ਚਾੜ ਦਿੱਤਾ। ਸਾਧ ਸੰਗਤ ਜੀ ਸਾਰੀ ਸਾਰੀ ਦਿਹਾੜੀ ਕਰਨ ਵਾਲਿਆਂ ਨੂੰ ਮਹਾਂਪੁਰਖਾਂ ਨੇ ਕਿੱਡੀਆਂ ਕਿੱਡੀਆਂ ਵਡਿਆਈਆਂ ਦਿੱਤੀਆਂ। ਸੋ ਸਤਿਗੁਰੂ ਜੀ ਰਹਿਮਤ ਕਰਨ, ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ, ਉਹਨਾਂ ਦੇ ਚਰਨਾਂ ਨਾਲ ਲੱਗੇ ਰਹੀਏ। ਆਓ ਸਾਧ ਸੰਗਤ ਜੀ 1-2 ਮਿੰਟ ਲਈ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਸਾਰੇ ਕਿਰਪਾ ਕਰੋ, सारी उच्ची आवाज भी सारी कृपा करो। वाहेगुरु 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 वाहेगुरु। सो सतगुरु जी कृपा करन, इन्नियां हाजरियां आप जी ने प्रवान करनियां। बोलदियां विचारां करदियां पढ़दियां वाचदियां बड़ियां भुल्लां होईयां ने, सतगुरु जी बख्शनहार ने, बख्श लैण, किरपा करन, रहमत करन, गुरसिੱਖੀ जीवन चढ़दी कला वाला जीवन सतगुरु बख्शिश करन।
ਕਥਾ ਵਿਚਾਰਾ ਕਰਨ ਦੀ ਸੋਝੀ ਸਤਿਗੁਰੂ ਆਪ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।